पाद पंकज बंदन पाद पंकज बंदन सिमरो श्री अंगद दोख निकंदन श्री अमरदास गुर हृदय त्यागं श्री गुरु रामदास गुण गावं गुर अर्जुन विघ्नन के नाशक विघ्नन के नाशक श्री हर गोविंद शुभ सुमत प्रकाशक गुरु हरि राय नमो कर जोरी नमो कर जोरी श्री हरे कृष्ण मनाई बहोरी गुरु तेग बहादुर परम कृपाला परम कृपाला श्री गुरु गोविंद सिंह विशाला तरौं तरहा कर पुन पुन सीसा पुन पुन सीसा बंदों वार वार जगदीसा जिसमें है अमृत ज्ञान है माणिक भगत वैराग श्री गुरु ग्रंथ साहिब उदद बंदों कार्य अनुराग श्री गुरु शब्द कमाए जन जीते पंच विकार तिन संतन को वंदना सिर चरणन परतार एकंकार सतगुरु ते प्रसाद सच होए वाहिगुरु जी की फतह विघ्न विनाशन सोए वाहिगुरु जी की फतह विघ्न विनाशन सोए। सतनाम श्री वाहिगुरु साहिब जी। एक ओंकार सतगुर प्रसाद। एक ओंकार श्री वाहिगुरु जी की फतह। आठ द्वादश रास कथनं दोहरा पार ब्रह्म परमात्मा व्यापक सकल समान सब अलंब प्रेरक प्रभु विदत हो हृदय महान। वाहिगुरु जी का खालसा वाहिगुरु जी की फतेह। कारण करन करीम कृपा तार रहीम प्रभ करन कारण समरथा राम रख जगत सगल ते हथा राम। कारण करन करना निदान सर्व शक्तिमान गुरता गद्दी पर सबाईमान शब्द गुरु अवतार सतगुरु धन 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 साहिब श्री गुरु ग्रंथ साहिब जी महाराज गरीब निवाज हजूर सच्चे पातशाह महाराज साहिब जी दी पावन हजूरी अंदर सबाईमान
ਸਾਜੀ ਹਰ ਨਿਵਾਜੀ ਸਤਿਕਾਰਤ ਗੁਰੂ ਪਿਆਰੇ ਗੁਰੂ ਖਾਲਸਾ ਸਾਧ ਸੰਗਤ ਜੀਓ। ਆਪ ਸਾਰੇ ਹੀ ਮਾਈ ਭਾਈ ਪ੍ਰੇਮੀ ਸਤ ਸੰਗੀ ਜਨ ਉੱਤਮ ਭਾਗਾਂ ਵਾਲੇ ਹੋ। ਇਹ ਵਿਦ ਤਿਸੈ ਪ੍ਰਾਪਤੀ ਜਾ ਕੈ ਮਸਤਕ ਭਾਗਨਾ। ਕਹੋ ਨਾਨਕ ਤਿਸ ਸਭ ਕਿਛ ਨੀਕਾ ਜੋ ਪ੍ਰਭ ਕੀ ਸਰਨਾਗਨਾ। ਜੋ ਕਿ ਆਪ ਜੀ ਚੋਜੀ ਪ੍ਰੀਤਮ ਅੰਮ੍ਰਿਤ ਕੇ ਦਾਤੇ ਪੁੱਤਰਾਂ ਦੇ ਦਾਨੀ ਸਤਿਗੁਰੂ ਸਾਹਿਬੇ ਕਮਾਲ ਧੰਨ 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 ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਨਾਜਰਾਨੇ ਰੂਏ ਗੁਰੂ ਗੋਬਿੰਦ ਸਿੰਘ ਮਸਤ ਹੱਕਦਾਰ ਕੁਏ ਗੁਰ ਗੋਬਿੰਦ ਸਿੰਘ, ਜਿਨ੍ਹਾਂ ਦੀ ਇੱਕ ਤਨਕ ਮਾਤਰ ਕਿਰਪਾ ਦ੍ਰਿਸ਼ਟੀ ਕਰੋੜਾਂ ਜਨਮਾਂ ਦੇ ਪਾਪਾਂ ਨੂੰ ਨਾਸ ਕਰ ਦਿੰਦੀ ਹੈ, ਗਿੱਦੜਾਂ ਤੋਂ ਸ਼ੇਰ ਬਣਾ ਦਿੰਦੀ ਹੈ। ਐਸੇ ਮਹਾਰਥੀ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਵਨ ਮੁਕੱਦਸ ਚਰਨ ਛੋਹ ਅਸਥਾਨ ਤਖਤ ਸਾਹਿਬ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ, ਜਿੱਥੇ ਮਹਾਰਾਜ ਸਾਹਿਬ ਜੀ ਨੇ ਆਪਣਾ ਪਿਆਰਾ ਪੰਥ ਖਾਲਸਾ ਪੰਥ ਸਾਜਿਆ ਔਰ ਨਿਵਾਜਿਆ। ਅੰਮ੍ਰਿਤ ਪ੍ਰਗਟ ਕਰਕੇ ਖਾਲਸੇ ਨੂੰ ਅੰਮ੍ਰਿਤ ਦਿੱਤਾ ਔਰ ਖੁਦ ਉਹਨਾਂ ਤੋਂ ਆਪ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕੀਤਾ ਤੇ ਬਚਨ ਕੀਤੇ, ਖਾਲਸਾ ਮੇਰੋ ਰੂਪ ਹੈ ਖਾਸ, ਤੋ ਖਾਲਸੇ ਮਾਹੇ ਹਉ ਕਰੋ ਨਿਵਾਸ। ਖਾਲਸੇ ਮਹਿ ਹਉ ਕਰੋ ਨਿਵਾਸ, ਖਾਲਸਾ ਮੇਰੋ ਸਵੱਜਨ ਸੂਰਾ, ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਪਿੰਡ ਪ੍ਰਾਨ, ਖਾਲਸਾ ਮੇਰੀ ਜਾਨ ਕੀ ਜਾਨ। ਐਸਾ ਲਾਡ ਐਸਾ ਪਿਆਰ ਆਪਣੇ ਖਾਲਸੇ ਦੇ ਨਾਲ ਕੀਤਾ ਤੇ ਕਰਦੇ ਨੇ ਮਹਾਰਾਜ। ਇਹ ਨਹੀਂ ਕਿ ਉਦੋਂ ਹੀ ਕੀਤਾ, ਅੱਜ ਵੀ ਸਤਿਗੁਰੂ ਮਹਾਰਾਜ ਆਪਣੇ ਰਹਿਤ ਵਾਲੇ ਖਾਲਸੇ ਦੇ ਨਾਲ ਉਹ ਹੀ ਲਾਡ ਪਿਆਰ ਕਰਦੇ ਨੇ, ਕਿਉਂਕਿ ਆਪ ਜੀ ਨੇ ਬਚਨ ਕਹੇ ਨੇ ਕਿ ਰਹਿਤਵਾਨ ਕੇ ਸੰਗ ਮੈਂ ਰਾਖਾ ਰਹੂੰ ਹਮੇਸ਼, ਕਾਲ ਜਾਲ ਸੰਕਟ ਮਹਾ ਤਿਸ ਗ੍ਰਹਿ ਨਹਿ ਪਰਵੇਸ਼। ਸਦੀਵੀ ਕਾਲ ਜੁਗੋ ਜੁਗ ਮੈਂ ਆਪਣੇ ਖਾਲਸੇ ਦੇ ਨਾਲ ਰਾਖਾ ਬਣ ਕੇ ਰਹਾਂਗਾ। ਤੋ ਇਹ ਉਹ ਪਾਵਨ ਸਥਾਨ ਹੈ ਜਿੱਥੇ ਐਸੇ ਮਹਾਰਾਜ ਜੀ ਨੇ ਬਚਨ ਕੀਤੇ। ਜਿਵੇਂ ਅਕਾਲ ਉਸਤਤ ਸਾਹਿਬ ਦੇ ਵਿੱਚ ਬਚਨ ਆਉਂਦੇ ਨੇ ਨਾ, ਕਤਹੂ ਪਿਊਖ ਹੋਏ ਕੈ ਪੀਵਤ ਵਿਵਾਵਤ ਹੋ, ਕਤਹੂ ਮਹਾਦੇਵ ਦੇਵਦਾਨ ਕੇ ਸਮਾਨ ਹੋ, ਕਿਤੇ ਤਹਾਂ ਆਪ ਜੀ ਅੰਮ੍ਰਿਤ ਹੋ, ਕਿਤੇ ਅੰਮ੍ਰਿਤ ਦੇ ਦਾਤੇ ਬਣ ਕੇ ਅੰਮ੍ਰਿਤ ਪਿਆ ਰਹੇ ਹੋ, ਤੇ ਕਿਤੇ ਆਪ ਜੀ ਹੱਥ ਜੋੜ ਕੇ ਬੁੱਕ ਕਰਕੇ ਅੰਮ੍ਰਿਤ ਪਾਨ ਵੀ ਕਰ ਰਹੇ ਹੋ। ਇਹ ਮੇਰੇ ਚੋਜੀ ਪ੍ਰੀਤਮ ਦੀ ਵਡਿਆਈ ਹੈ। ਕਤਹੂ ਪਿਓਖ ਹੋਏ ਕੈ, ਪਿਓਖ ਅੰਮ੍ਰਿਤ ਨੂੰ ਕਹਿੰਦੇ ਨੇ, ਕਿਤੇ ਅੰਮ੍ਰਿਤ ਹੋ ਕੇ ਅੰਮ੍ਰਿਤ ਬਣੇ ਹੋ, ਵਿੱਚ ਬਾਣੀ ਅੰਮ੍ਰਿਤ ਸਾਰੇ। ਕਤਹੂ ਪਿਓਖ ਹੋਏ ਕੈ ਪੀਵਤ ਪਿਆਵਤ ਹੋ, ਕਿਤੇ ਅੰਮ੍ਰਿਤ ਹੋ, ਕਿਤੇ ਅੰਮ੍ਰਿਤ ਹੋ ਕੇ ਪਿਆ ਰਹੇ ਹੋ ਤੇ ਕਿਤੇ ਪੀ ਰਹੇ ਹੋ ਆਪ ਜੀ ਜਾਚਕ ਬਣ ਕੇ। ਤੋ ਐਸੀ ਮਹਿਮਾ ਚਰਜ ਵਡਿਆਈ ਇਹ ਕਲਗੀਆਂ ਵਾਲੇ ਬਾਜਾਂ ਵਾਲੇ ਪਿਤਾ ਦੀ ਹੈ, ਜੋ ਇਸ ਸਥਾਨ ਤੇ ਮਹਾਰਾਜ ਜੀ ਨੇ ਐਸੀਆਂ ਵਡਿਆਈਆਂ ਪ੍ਰਗਟ ਕੀਤੀਆਂ। ਆਪ ਜੀ ਦਰਸ਼ਨ ਦੀਦਾਰ ਕਰਦੇ ਹੋਏ ਮਹਾਰਾਜ ਜੀ ਦੇ ਅੰਮ੍ਰਿਤ ਬਾਣੀ ਕੀਰਤਨ ਨੂੰ ਸਰਵਣ ਕਰਕੇ ਨਿਹਾਲ ਹੋਣਾ ਕੀਤਾ ਹੈ। ਆਓ ਜੋ ਲੜੀਵਾਰ ਕਥਾ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਚੱਲ ਰਹੀ ਹੈ, ਕੁਝ ਸਮਾਂ ਸਾਵਧਾਨ ਇਕਾਗਰਚਿਤ ਹੋਈਏ, ਅੰਮ੍ਰਿਤ ਕਥਾ ਦੇ ਵਿੱਚ ਜੁੜੀਏ। ਜੋ 11 ਰਾਸਾਂ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀਆਂ ਸੰਪੂਰਨ ਹੋਈਆਂ ਹਨ। ਤੇ ਕੱਲ ਦੇ ਪ੍ਰਸੰਗ ਵਿੱਚ ਆਪਾਂ ਸੁਣਿਆ ਹੈ ਜਰਾਸੰਧ ਜੋ ਰਾਜਾ ਪਟਨੇ ਦਾ ਹੈ, ਪਟਨੇ ਦਾ ਪ੍ਰਸੰਗ ਮਹਾਰਾਜ ਜੀ ਨੇ ਸਾਰਾ ਸੁਣਾਇਆ ਹੈ। ਭਾਈ ਕਿਰਪਾਲ ਚੰਦ ਜੀ ਔਰ ਹੋਰ ਸਿੱਖ ਸੰਗਤਾਂ ਨੂੰ ਕਿ ਜਿਹੜਾ ਪਟਨਾ ਸ਼ਹਿਰ ਹੈ ਬਿਹਾਰ ਦੀ ਰਾਜਧਾਨੀ,
ਇਹ ਇਤਨਾ ਸੁੰਦਰ ਸੋਹਣਾ ਵੱਡਾ ਕਿਵੇਂ ਰਚਿਆ ਤੇ ਕਿੰਨੇ ਰਚਿਆ, ਉਹ ਸਾਰਾ ਪ੍ਰਸੰਗ ਸਾਧ ਸੰਗਤ ਜੀ ਆਪਾਂ ਪਿਛਲੇ ਦੀਵਾਨਾਂ ਵਿੱਚ ਸਰਵਣ ਕੀਤਾ ਹੈ। ਜਿਸ ਤਰ੍ਹਾਂ ਭੀਮਸੈਨ ਦਾ ਤੇ ਜਰਾਸੰਧ ਦਾ ਜੰਗ ਹੋਇਆ, ਆਪਸ ਦੇ ਵਿੱਚ ਭਲਵਾਨਾਂ ਵਾਲਾ ਘੋਲ ਹੋਇਆ, ਉਹ ਆਪਾਂ ਕੱਲ ਸਰਵਣ ਕੀਤਾ ਹੈ। ਕਈ ਦਿਨ, ਤਕਰੀਬਨ 14 ਦਿਨ ਲਿਖਿਆ ਹੈ। ਇਹ ਜਿਹੜਾ ਦੋਨਾਂ ਦਾ ਯੁੱਧ ਹੱਥਾਂ ਨਾਲ, ਮੁੱਕੀਆਂ ਨਾਲ ਆਪਸ ਦੇ ਵਿੱਚ ਹੁੰਦਾ ਰਿਹਾ, ਤੇ 15ਵੇਂ ਦਿਨ ਜਾ ਕੇ ਇਹ ਭੀਮਸੈਨ ਨੂੰ ਜਿਸ ਤਰ੍ਹਾਂ ਸ੍ਰੀ ਕ੍ਰਿਸ਼ਨ ਜੀ ਨੇ ਸਮਝਾਇਆ ਕਿ ਇਸ ਤਰ੍ਹਾਂ ਇਹਨੂੰ ਹੇਠਾਂ ਸੁੱਟ ਕੇ ਤੇ ਇਹ ਤਿਨਕੇ ਦੇ ਵਾਂਗ ਚੀਰ ਦੇ, ਜਿਵੇਂ ਆ ਤੀਲਾ ਹੈ, ਕੱਖ ਹੈ, ਕਿਉਂਕਿ ਇਹ 2 ਖੰਡਾਂ ਤੋਂ 2 ਜੋੜਾਂ ਤੋਂ ਬਣਿਆ ਹੈ। ਜਦੋਂ ਇਹਦਾ ਜੋੜ ਟੁੱਟ ਜਾਵੇਗਾ, ਇਹ ਖਤਮ ਹੋ ਜਾਵੇਗਾ। ਤੋ ਇਸ ਪ੍ਰਕਾਰ ਨਾਲ ਆਪਣਾ ਬਲ ਪਾ ਦਿੱਤਾ ਸ੍ਰੀ ਕ੍ਰਿਸ਼ਨ ਜੀ ਨੇ, ਤਾਕਤ ਦੇ ਦਿੱਤੀ, ਨਾਲ ਥਕਾਵਟ ਉਹਦੀ ਦੂਰ ਕੀਤੀ। ਤੋ ਇੱਕ ਤਾਂ ਆਪਣਾ ਬਹੁਤ ਬਲ ਹੈ ਭੀਮਸੈਨ ਵਿੱਚ, ਨਾਲ ਸ੍ਰੀ ਕ੍ਰਿਸ਼ਨ ਦੀ ਕਲਾ ਦਾ ਬਲ, ਤੋ ਦੋਹਰੇ ਬਲ ਦੇ ਨਾਲ ਜਰਾਸੰਧ ਨੂੰ ਹੇਠਾਂ ਸੁੱਟਿਆ। ਲੱਤ ਤੇ ਲੱਤ ਰੱਖ ਕੇ ਦੂਸਰਾ ਪੈਰ ਹੱਥ ਵਿੱਚ ਪਕੜ ਕੇ ਚੀਰ ਦਿੱਤਾ ਸਾਧ ਸੰਗਤ ਜੀ। ਤੋ ਇਸ ਪ੍ਰਕਾਰ ਜਰਾਸੰਧ ਦਾ ਜਿਹੜਾ ਵੱਧ ਹੋਇਆ, ਉਹਦਾ ਪੁੱਤਰ ਜਿਹੜਾ ਸਹਿਦੇਵ ਸੀ, ਉਹ ਭਗਵਾਨ ਦੇ ਚਰਨੀ ਆ ਕੇ ਡਿੱਗਾ, ਕੀਨ ਮੰਨੀ। ਤੋ ਫਿਰ ਜਦੋਂ ਮਹਾਭਾਰਤ ਦਾ ਯੁੱਧ ਹੋਇਆ, ਉਹ ਵੀ ਉਸ ਯੁੱਧ ਵਿੱਚ ਸ਼ਾਮਲ ਹੋਇਆ ਤੇ ਇਸ ਯੁੱਧ ਦੇ ਵਿੱਚ ਉਹ ਮਾਰਿਆ ਗਿਆ। ਇਸ ਤਰੀਕੇ ਦੇ ਨਾਲ ਇਹ ਪਟਨਾ ਸ਼ਹਿਰ ਦਾ ਜਿਹੜਾ ਇਤਿਹਾਸ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸੰਗਤਾਂ ਨੂੰ ਸੁਣਾਇਆ। ਮਹਾਰਾਜ ਪਟਨਾ ਸਾਹਿਬ ਦੀ ਧਰਤੀ ਤੇ ਆਪਣਾ ਆਸਣ ਲਾ ਕਰਕੇ ਸੰਗਤਾਂ ਨੂੰ ਨਿਹਾਲ ਕਰ ਰਹੇ ਨੇ, ਬੇਅੰਤ ਦਾਤਾਂ ਵੰਡ ਰਹੇ ਨੇ। ਅੱਗੇ ਗੁਰੂ ਪਿਆਰਿਓ 12ਵੀਂ ਰਾਸ ਦੀ ਪ੍ਰਾਰੰਭਤਾ ਹੋ ਰਹੀ ਹੈ। ਆਓ ਇਕਾਗਰਤਾ ਦੇ ਨਾਲ, ਗੁਰੂ ਕਿਰਪਾ ਦੇ ਨਾਲ ਸੁਣਨ ਦਾ ਯਤਨ ਕਰੀਏ। ਇੱਕ ਵਾਰ ਸਾਰੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੁਹਰਾ ਪਾਰ ਬ੍ਰਹਮ ਪਰਮਾਤਮਾ, ਵਿਆਪਕ ਸਕਲ ਸਮਾਨ, ਇਕ ਓੰਕਾਰ ਸਤਿਗੁਰ ਪ੍ਰਸਾਦ। ਸਭ ਤੋਂ ਪਹਿਲਾਂ ਕਵੀ ਰਾਜ ਚੂੜਾਮਣ ਕਵੀ ਗਿਆਨੀ ਸੰਤੋਖ ਸਿੰਘ ਜੀ ਮਹਾਂਪੁਰਖ, ਜੋ ਕਵੀ ਜਨਾਂ ਦਾ ਇਹ ਸਿਧਾਂਤ ਹੈ ਕਿ ਰਾਸ ਆਰੰਭ ਕਰਨ ਤੋਂ ਪਹਿਲਾਂ ਪ੍ਰਭੂ ਦਾ ਮੰਗਲ ਕਰਨਾ। ਅਕਾਲ ਪੁਰਖ ਵਾਹਿਗੁਰੂ ਦਾ ਮੰਗਲ ਕਰ ਰਹੇ ਨੇ। ਇਹਨੂੰ ਵਸਤੂ ਨਿਰਦੇਸ਼ ਮੰਗਲ ਕਿਹਾ ਜਾਂਦਾ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ 524 ਵਾਰ ਦੇ ਕਰੀਬ ਦਰਜ ਹੈ। ਇਹਨੂੰ ਬੀਜ ਮੰਤਰ ਵੀ ਕਿਹਾ ਜਾਂਦਾ ਹੈ, ਇਹਨੂੰ ਵਸਤੂ ਨਿਰਦੇਸ਼ ਮੰਗਲ ਵੀ ਕਿਹਾ ਜਾਂਦਾ ਹੈ। 4 ਤਰ੍ਹਾਂ ਦੇ ਮੰਗਲ ਮਹਾਰਾਜ ਸਾਹਿਬ ਜੀ ਦੇ ਮੁੱਖ ਨੇ। ਇੱਕ ਵਸਤੂ ਨਿਰਦੇਸ਼ ਮੰਗਲ ਹੁੰਦਾ, ਇੱਕ ਨਮਸਕਾਰ ਸਮੰਗਲ ਹੁੰਦਾ ਹੈ, ਇੱਕ ਅਸ਼ੀਰਵਾਦ ਮੰਗਲ ਹੁੰਦਾ ਹੈ, ਔਰ ਇੱਕ ਆਤਮ ਚਿੰਤਨ ਮੰਗਲ ਹੁੰਦਾ ਹੈ। ਜਿਸ ਤਰ੍ਹਾਂ ਇੱਕ ਸ਼ਲੋਕ ਆਉਂਦਾ ਹੈ, ਡੰਡਾਉਤ ਬੰਦਨ ਅਨੇਕ ਬਾਰ, ਸਰਬ ਕਲਾ ਸਮਰੱਥ, ਡੋਲਣ ਤੇ ਰੱਖੋ ਪ੍ਰਭੂ, ਨਾਨਕ ਦੇ ਕਰ ਹੱਥ। ਇਹਦੇ ਵਿੱਚ 4 ਹੀ ਮੰਗਲ ਆ ਜਾਂਦੇ ਨੇ। ਜੋ ਡੰਡੌਤ ਬੰਦਨ ਅਨੇਕ ਵਾਰ, ਇਹ ਨਮਸਕਾਰ ਸਮੰਗਲ ਹੈ, ਪਰਮਾਤਮਾ ਨੂੰ ਅਨੇਕਾਂ ਵਾਰ ਨਮਸਕਾਰਾਂ ਕਰਨੀਆਂ। ਸਰਬ ਕਲਾ ਸਮਰੱਥ, ਜਿਹੜਾ ਸਰਬ ਕਲਾ ਸਮਰੱਥ ਹੈ, ਇਹ ਵਸਤੂ ਨਿਰਦੇਸ਼ਕ ਮੰਗਲ ਹੈ। ਜਿਸ ਵਿੱਚ ਵਸਤੂ ਦਾ ਨਿਰਣਾ ਹੋਵੇ ਉਹਨੂੰ ਵਸਤੂ ਨਿਰਦੇਸ਼ਕ ਮੰਗਲ ਕਿਹਾ ਜਾਂਦਾ ਹੈ। ਇਹਦੇ ਵਿੱਚ ਬ੍ਰਹਮ ਦਾ, ਪ੍ਰਮਾਤਮਾ ਦਾ ਨਿਰਣਾ ਹੈ ਕਿ ਉਹ ਸਰਬ ਕਲਾ ਸਮਰੱਥ ਹੈ, ਇਸ ਕਰਕੇ ਇਹਨੂੰ ਵਸਤੂ ਨਿਰਦੇਸ਼ਕ ਮੰਗਲ ਕਿਹਾ ਹੈ। ਤੋ ਡੋਲਣ ਤੇ ਰੱਖੋ ਪ੍ਰਭੂ, ਇਹਨੂੰ ਅਸ਼ੀਰਵਾਦ ਮੰਗਲ ਕਿਹਾ ਹੈ। ਇਹ ਤੀਸਰਾ, ਇੱਕੋ ਹੀ ਸ਼ਲੋਕ ਵਿੱਚ 4 ਮੰਗਲ ਮਹਾਰਾਜ ਨੇ ਵਿਚਾਰੇ, ਤੇ ਚੌਥਾ ਨਾਨਕ ਦੇ ਕਰ ਹੱਥ, ਇਹ ਆਤਮਿਕ ਚਿੰਤਨ ਮੰਗਲ ਹੈ। ਤੋ ਇੱਥੇ ਮਹਾਰਾਜ ਵਸਤੂ ਨਿਰਦੇਸ਼ ਮੰਗਲ ਬ੍ਰਹਮ ਦਾ, ਪ੍ਰਮਾਤਮਾ ਦਾ ਉਚਾਰਨ ਕਰ ਰਹੇ ਨੇ। ਇੱਕ ਓੰਕਾਰ, ਵਾਹਿਗੁਰੂ ਪ੍ਰਮਾਤਮਾ ਇੱਕ ਹੈ।
ਮੁਸਲਮਾਨ ਦੋ ਮੰਨਦੇ ਨੇ, ਉਹ ਰੂਹ ਤੇ ਵਕਫ ਕਹਿੰਦੇ ਨੇ, ਜਾਂ ਉਹ ਕਹਿੰਦੇ ਨੇ ਅੱਲਾ ਹੈ, ਪੈਗੰਬਰ ਹੈ। ਜਿਹੜੇ ਹਿੰਦੂ ਨੇ ਉਹ ਵੀ ਸਾਧ ਸੰਗਤ ਜੀ ਕਈ ਤਰ੍ਹਾਂ ਦਾ ਮੰਨਦੇ ਨੇ। ਉਹ ਕਹਿੰਦੇ ਸ਼ਿਵ ਜੀ ਓੰਕਾਰ ਹੈ, ਬ੍ਰਹਮਾ ਓੰਕਾਰ ਹੈ ਤੇ ਵਿਸ਼ਨੂੰ ਓੰਕਾਰ, ਤਿੰਨਾਂ ਨੂੰ ਓੰਕਾਰ ਮੰਨਦੇ ਨੇ। ਸਨਾਤਨ ਲਿਖੀ 63 ਤਰ੍ਹਾਂ ਦਾ ਓੰਕਾਰ ਮੰਨਦੇ ਨੇ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਨਹੀਂ ਭਾਈ, ਉਹ ਇੱਕੋ ਹੀ ਹੈ। ਨਾ ਉਹ ਦੋ ਤਰ੍ਹਾਂ ਦਾ ਹੈ, ਨਾ ਉਹ 63 ਤਰ੍ਹਾਂ ਦਾ ਹੈ, ਨਾ ਉਹ 3 ਤਰ੍ਹਾਂ ਦਾ ਹੈ। ਉਹ ਇੱਕੋ ਹੀ ਹੈ। ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ, ਏਕੋ ਹੈ। ਏਕੋ ਜਪ, ਏਕੋ ਸਾਲਾਹੀ। ਉਸ ਇੱਕੋ ਨੇ ਹੀ ਆਪਣੇ 10 ਸਰੂਪ ਧਾਰੇ ਨੇ। ਜਿਵੇਂ ਮਹਾਰਾਜ ਜੀ ਨੇ ਗੁਰਮੁਖ ਪ੍ਰਕਾਸ਼ ਵਿੱਚ ਕਥਨ ਆਉਂਦਾ ਹੈ, ਤੋ ਇੱਕ ਅਦਵੈਤ ਸਰੂਪ ਵਾਹਿਗੁਰੂ, ਜਿਸ ਦਾ ਸਾਨੀ ਕੋਈ ਦੂਜਾ ਨਹੀਂ ਹੈ। ਕਹਿ ਰਵਿਦਾਸ ਅਕਥ ਕਥਾ ਬਹੁ ਕਾਇ ਕਰੀਜੈ, ਜੈਸਾ ਤੂੰ ਤੈਸਾ ਤੂੰ ਹੀ। ਤੋ ਜਿਹੋ ਜਿਹਾ ਤੂੰ ਹੈ ਉਹ ਤੂੰ ਹੀ ਹੈ, ਤੇਰੇ ਬਾਰੇ ਕੀ ਕਹਿ ਸਕੀਏ। ਤੋ ਇੱਕ ਅਦਵੈਤ, ਸਜਾਤੀ ਵਿਜਾਤੀ ਸਵੈਗਤ ਭੇਦ ਤਿੰਨਾਂ ਤੋਂ ਰਹਿਤ, ਓੰਕਾਰ ਉਚਾਰਨ ਮਾਤਰ ਰੱਖਿਆ ਕਰਨ ਵਾਲਾ ਹੈ। ਓੰਕਾਰ ਸਭ ਦਾ ਪ੍ਰਕਾਸ਼ਕ ਹੈ, ਸੂਰਜ ਦਾ ਵੀ, ਚੰਦਰਮਾ ਦਾ ਵੀ। ਪ੍ਰਕਾਸ਼ਕ ਨੂੰ ਕਹਿੰਦੇ ਨੇ। ਉਪਰਕਾਰ ਹੈ, ਉਪਰਕਾਰ ਮਹਾਰਾਜ ਨੇ ਖਿੱਚੀ ਹੈ, ਭਾਵ ਕਿ ਉਹ ਸਭ ਦਾ ਪ੍ਰਕਾਸ਼ਕ ਹੈ। ਹਰੇਕ ਵਿੱਚ ਚੇਤਨ ਸੱਤਾ ਪਾ ਕੇ ਪ੍ਰਕਾਸ਼ ਕਰਨ ਵਾਲਾ। ਜੋਗੀ ਲੋਕ ਕਹਿੰਦੇ ਨੇ ਉੱਪਰ ਬਿਰਤੀ ਨੂੰ ਓੰ ਕਹਿ ਕੇ ਉਹ ਦਸਮ ਦਵਾਰ ਵਿੱਚ ਸੁਰਤ ਨੂੰ ਟਿਕਾਉਂਦੇ ਨੇ। ਤੋ ਜੋ ਸੁਰਤ ਨੂੰ ਦਸਮ ਦਵਾਰ ਵਿੱਚ ਟਿਕਾਉਣ ਵਾਲਾ, ਉਸੇ ਕਹੀਏ ਓੰਕਾਰ। ਇਸ ਤਰ੍ਹਾਂ ਜੋਗੀ ਮੰਨਦੇ ਨੇ। ਤੋ ਸਤ ਚਿਤ ਆਨੰਦ ਸਰੂਪ ਹੈ, ਸੱਤਾ ਹੈ ਜਿਹਦੀ ਸਾਰਿਆਂ ਦੇ ਵਿੱਚ। ਸਤ ਗੁਰ ਸੱਚ ਸਰੂਪ ਹੈ, ਗੁਰ ਚੇਤਨ ਪ੍ਰਕਾਸ਼ ਹੈ। ਗੋ ਅਗਿਆਨ ਦਾ ਹਨੇਰਾ ਦੂਰ ਕਰਕੇ ਰੂਹ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਹੈ। ਪਰ ਸਾਧ, ਪਰ ਵਿਸ਼ੇਸ਼ ਕਰਕੇ ਪਰੇ ਹੈ ਸਵਾਦਾਂ ਤੋਂ। ਉਹਨੂੰ ਕਿਸੇ ਤਰ੍ਹਾਂ ਦਾ ਕੋਈ ਸਵਾਦ ਨਹੀਂ ਹੈ, ਕੋਈ ਮੋਹ ਮਮਤਾ ਦਾ, ਕੋਈ ਵਿਕਾਰਾਂ ਦਾ, ਕੋਈ ਵਾਸਨਾਵਾਂ ਦਾ, ਕੋਈ ਜ਼ਬਾਨ ਦਾ, ਕੋਈ ਇੰਦਰੀਆਂ ਦਾ ਕੋਈ ਸਵਾਦ ਨਹੀਂ ਹੈ। ਸਭ ਤੋਂ ਪਰੇ ਹੈ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ 6 ਮਹੀਨੇ ਮੁੱਖ ਵਿੱਚ ਪਾਉਣ ਤੋਂ ਬਿਨਾਂ ਹੀ, ਛਕਣ ਤੋਂ ਬਿਨਾਂ ਹੀ ਨਿਰਵਾਹ ਕਰਦੇ ਰਹੇ ਆਪਣਾ। ਕਿਸੇ ਤਰ੍ਹਾਂ ਦੇ ਸਵਾਦਾਂ ਵਿੱਚ ਨਹੀਂ। ਸਾਧ ਸੰਗਤ ਜੀ, ਪ੍ਰਸਾਦ ਕਿਰਪਾ ਸਰੂਪ ਹੈ, ਪ੍ਰਸਾਦ ਆਨੰਦ ਸਰੂਪ ਹੈ। ਇੱਕ ਓੰਕਾਰ ਵਾਹਿਗੁਰੂ ਸਾਡਾ ਸਤਿਗੁਰੂ ਹੈ ਤੇ ਸਾਡੀ ਪ੍ਰਸਾਦ ਕਿਰਪਾ ਹੈ ਸਾਡੇ ਉੱਪਰ ਉਹਦੀ। ਇੱਕ ਓੰਕਾਰ ਅਕਾਲ ਪੁਰਖ ਵਾਹਿਗੁਰੂ, ਸਤਿਗੁਰ ਸੱਚੇ ਗੁਰਾਂ ਦੀ ਪ੍ਰਸਾਦ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ। ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਇੱਥੇ ਦਸਮ ਪਿਤਾ ਜੀ ਦਾ ਮੰਗਲ ਵੀ ਨਾਲ ਕਰ ਦਿੱਤਾ, ਜੋ 10ਵੇਂ ਪਾਤਸ਼ਾਹ ਜੀ ਨੇ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਵਿੱਚ ਵਾਰ-ਵਾਰ ਇਹ ਮੰਗਲ ਕੀਤੇ ਨੇ। ਦੇਖੋ ਇੱਕ ਨਿਕ ਕਰ ਦਿੱਤਾ ਭਾਈ ਸਾਹਿਬ ਜੀ ਨੇ ਦੋਨਾਂ ਨੂੰ ਹੀ। ਉਹ ਵੀ ਨਿਰਦੇਸ਼, ਵਸਤੂ ਨਿਰਦੇਸ਼ ਮੰਗਲ ਹੈ, ਤੇ ਸਾਧ ਸੰਗਤ ਜੀ ਇਹ ਵੀ ਵਸਤੂ ਨਿਰਦੇਸ਼ ਮੰਗਲ ਹੈ। ਉਹਦੇ ਵਿੱਚ ਹੈ ਕਿ ਉਹ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਦਾ ਪ੍ਰਕਾਸ਼ਕ ਹੈ। ਇੱਥੇ ਹੈ ਕਿ ਉਸ ਵਾਹਿਗੁਰੂ ਦੀ ਹਰ ਵੇਲੇ ਹੀ ਫਤਿਹ ਹੈ, ਜਿੱਤ ਹੈ। ਉਹ ਕਦੇ ਕਿਸੇ ਤੋਂ ਹਾਰਦਾ ਨਹੀਂ, ਤੇ ਜਿਹਦੇ ਵੱਲ ਹੋ ਜਾਵੇ ਉਹ ਵੀ ਨਹੀਂ ਹਾਰਦਾ। ਜਿਸ ਦਾ ਹੋਵੇ ਵੱਲ ਸੋ ਕਦੇ ਨਾ ਹਾਰਦਾ। ਤੋ ਇੱਕ ਓੰਕਾਰ ਪਰਮਾਤਮਾ ਸ੍ਰੀ ਲక్ష్ਮੀ ਦਾ ਜੋ ਮਾਧੋਪਤੀ ਹੈ, ਅਕਾਲ ਪੁਰਖ ਵਾਹਿਗੁਰੂ ਸਾਰੀ ਸ੍ਰਿਸ਼ਟੀ ਦਾ ਮਾਲਕ, ਉਸੇ ਕਹੀਏ ਸ੍ਰੀ ਸੁਭਾਇਮਾਨ। ਉਸ ਵਾਹਿਗੁਰੂ ਦੀ ਵਾਹੇ ਅਚਰਜ ਦਾ ਨਾਮ ਹੈ। ਵਾਹੇ ਨਾਮ ਅਚਰਜ ਕੋ ਹੋਈ, ਅਚਰਜ ਤੇ ਉਕਤ ਪਰੇ ਨਾ ਕੋਈ। ਜਿੱਤੇ ਅਚਰਜ ਦੀ ਗੱਲ ਆ ਜਾਂਦੀ, ਇੱਥੇ ਪਰੇ ਕੁਝ ਵੀ ਨਹੀਂ। ਜਦੋਂ ਬੰਦਾ ਬੜਾ ਵਿਸਮਾਦ ਹੈਰਾਨ ਹੋ ਜਾਂਦਾ ਤਾਂ ਉਹਦੇ ਮੁਖ ਵਿੱਚੋਂ ਨਿਕਲਦਾ ਵਾਹ ਵਾਹ, ਕਿਆ ਬਾਤ ਹੈ, ਵਾਹੋ ਵਾਹੋ ਕਿਆ ਖੂਬ ਗਾਵਤਾ ਹੈ। ਜਦੋਂ ਮਹਾਰਾਜ ਨੇ ਰਬਾਬੀ ਸਿੰਘਾਂ ਤੋਂ ਬੜਾ ਆਨੰਦਮਈ ਕੀਰਤਨ ਸੁਣਿਆ ਤਾਂ ਮਹਾਰਾਜ ਨੇ ਬਚਨ ਉਚਾਰੇ, ਵਾਹੋ ਵਾਹੋ ਕਿਆ ਖੂਬ ਗਾਵਤਾ ਹੈ, ਹਰ ਕਾ ਨਾਮ ਮੇਰਾ ਮਨ ਭਾਵਤਾ ਹੈ। ਤੋ ਵਾਹੇ ਤੋਂ ਪਰੇ ਕੁਝ ਵੀ ਨਹੀਂ ਹੈ। ਵਾਹੇ ਨਾਮ ਪ੍ਰੇਰਕ ਦਾ ਹੈ। ਤੋ
अचरज ते उकत परे न कोई। गौतम नाम अज्ञान अनित रूह प्रकाश किया जिन चित। गो नाम हनेरे दा है, रूह नाम प्रकाश दा है। जिहड़ा अज्ञानता दे हनेरे चों कढ के ज्ञान दे प्रकाश विच लै जावे, हिरदे विच ज्ञान दा प्रकाश कर देवे, उसे कहिए वाहिगुरु जी की फतेह। उस वाहिगुरु जी की उस दी भाई हर वेले फतेह है। जदों खालसा पंथ साजिया तो देखो 15 बार महाराज ने मुख तो ये जपाया, दृढ़ करवाया अपने खालसे नूं। बोल वाहिगुरु जी का खालसा, वाहिगुरु जी की फतेह। वार वार दृढ़ करवाया ना, चेता ना भुल जावे तैनूं। ये खालसा भी वाहिगुरु दा है ते खालसे दी जिहड़ी फतेह है वो भी वाहिगुरु दी फतेह है। भई जीत मेरी किरपा काल केरी। तो इस तरह महाराज सच्चे पातशाह जी निमरता की हद मुका रहे ने। देखो तब कीट ये विचित्र नाटक दे विच महाराज ने बचन कहे ने कि तुहाडे कीड़े ने कमान संभारन, अपना कमान संभालिया हरिचंद नूं मारन दे वास्ते, हनूरीए नूं, ते एक तीर दे नाल ही उहनूं पार कर दिता। ते फिर महाराज ने यह नहीं कहा कि मेरे बाल दे नालों मरिया, फिर भी क्या अकाल पुरख तेरी कृपा दे नाल मैं उस महान सूरबीर योधे नूं धरती ते सुट्टिया। ये निमरता दी हद मुकाई है। बड़े बड़े योधे जिहड़े मान नहीं छड्ड सके, हंकार नहीं त्याग सके। अहंकार मरे से वे गति गए, मर जन्मै फिर आवे। पर मेरे चोजी प्रीतम पातशाह जी दे बचना नूं पढ़ के देखिए, किते तनक मात्र भी हौमे नहीं दिखाई देती साध संगत जी। तो महाराज सच्चे पातशाह जी इत्थे श्री दसम ग्रंथ साहिब जी का वस्तु निर्देश मंगल कर रहे ने। एक ओंकार सतगुर प्रसाद भी कई बार श्री दसम ग्रंथ साहिब दे विच महाराज सच्चे पातशाह जी ने लिखिया है। जिहड़े आपां कहंदे जी दसम ग्रंथ की बाणी गुरु ग्रंथ साहिब जी के बचनों नाल मेल नहीं खाती, कित्थे नहीं भाई मेल खाती, ते साडी मत नहीं मेल खाती। महाराज ने आरंभ दे विच मंगल करदिआं ही अकाल पुरख दे मंगल कीते। जाप साहिब पढ़ लो, एक ओंकार सतगुर प्रसाद श्री वाहिगुरु जी की फतेह। जाप श्री मुखवाक पातशाही दसवीं छपै छंद। सवैये पढ़ लो, एक ओंकार सतगुर प्रसाद पातशाही दसवीं तो प्रसाद सवैये। तुहाडी किरपा दे नाल सवैये उचारण कर रहा हाँ। एक ओंकार श्री वाहिगुरु जी की फतेह पातशाही दसवीं कबिओ बाच बेनती चौ पई। तो इस करके साध संगत जी जिस तरह मंगल हजूर ने गुरु ग्रंथ साहिब जी की बाणी दे विच कीते ने, इवें ही दसवें पातशाह जी ने अपने बचन उचारण कर लग्या मंगल कीते ने। फिर दूसरा जिहड़ा शंका है कि श्री गुरु ग्रंथ साहिब महाराज जी की बराबरी श्री दसम ग्रंथ साहिब जी नहीं कर सकते। ये तो आप भी कहते हैं भाई कि जिहड़ी गुरता गद्दी है वो श्री गुरु ग्रंथ साहिब महाराज जी नूं मिली है। ते जिवें पातशाह ते वजीर दोनों कट्ठे ही बैठते हैं, दोनों के आपस दे विच सलाह मशवरा करके ही कारज हुंदे ने। साहिब श्री गुरु ग्रंथ साहिब महाराज पातशाहां दे पातशाह ने, राजियां दे राजे ने, ते श्री दसम ग्रंथ साहिब वाले बचन दसवें पातशाह जी दे ये गुरमुखो वजीर हैं। इस करके आपां इस तो मुनक्कर नहीं हो सकते कि जे बाणी जी फलाने दी है जी हिंदुआं दी है, कोई कुछ कही जाता कोई कुछ कही जाता। दसो केड़ा हिंदू कभी कहेगा कि राम रहीम प्राण कुरान अनेक कह मत एक न मान्यो? केड़ा हिंदू कहेगा कि सिमरत शास्त्र वेद सदा बहु भेद कह हम एक न जान्यो? केड़ा हिंदू कभी कहेगा कि मैं ना गणेशे प्रथम मनाऊं किसन विसन कबू न ध्याऊं? तो इस करके साध संगत जी ये चोजी प्रीतम पातशाह महाराज जी निरभौ बेखौफ आप जी ही ऐसे बचन मुख दे विचों सत दे जड़े ने वो कर सकते ने, होर कोई नहीं कर सकता। तो दूजी बेनती मेरी जिहड़ी है कि महाराज सच्चे पातशाह जी ने ये कृष्ण अवतार या अवतारां दी कथा क्यों लिखी? कई ये शंका करते हैं जी ये अवतारां दी कथा महाराज ने क्यों लिखी?
ਅਭਿਸ਼ਈ ਬਚਨ ਆਏ ਨੇ ਸਹੰਸਰ ਦਾਨ ਦੇ ਇੰਦਰ ਰੁਆਇਆ ਪਰਸਰਾਮ ਰੋਵੈ ਘਰ ਆਇਆ ਅਜੈ ਸੋ ਰੋਵੈ ਭੀਖਿਆ ਖਾਏ ਐਸੀ ਦਰਗਹਿ ਮਿਲੈ ਸਜਾਏ ਰੋਵੈ ਰਾਮ ਨਿਕਾਲਾ ਭਇਆ ਸੀਤਾ ਲਖਮਨ ਵਿਛੜ ਗਿਆ ਰੋਵੇ ਪਾਂਡਵ ਭਏ ਮਜੂਰ ਜਿਨ ਕੇ ਸੁਆਮੀ ਰਹਿਤ ਹਦੂਰ ਰੋਵੈ ਜਨਮੇਜਾ ਖੋਏ ਗਿਆ ਇਕੀ ਕਾਰਨ ਪਾਪੀ ਭਇਆ। ਇਹ ਜਿਹੜੀਆਂ ਸਾਖੀਆਂ ਨੇ ਕਥਾਵਾਂ ਨੇ ਕਿੱਥੋਂ ਲੱਭੋਗੇ? ਕਿਉਂਕਿ ਅੱਜ ਤਾਂ ਬੜੇ ਲਿਖਾਰੀਆਂ ਨੇ ਇਹ ਗ੍ਰੰਥ ਬੜੇ ਬੜੇ ਲਿਖ ਦਿੱਤੇ ਸਾਖੀਆਂ ਦੇ। ਉਸ ਸਮੇਂ ਵਿੱਚ ਜਦੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਦਿੱਤੀ ਗਈ, ਕੋਈ ਵੀ ਲਿਖਾਰੀ ਨੇ ਹਿੰਦੂਆਂ ਦੇ ਗ੍ਰੰਥ ਨਹੀਂ ਸੀ ਲਿਖੇ ਕਿ ਆਹ ਸਾਖੀਆਂ ਇਸ ਤਰ੍ਹਾਂ ਨੇ। ਉਹ ਸਾਖੀਆਂ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਵਿੱਚੋਂ ਮਿਲੀਆਂ ਸਾਰੀਆਂ। ਪਾਂਡੇ ਤੁਮਰੀ ਗਾਇਤਰੀ ਲੋਧੇ ਕਾ ਖੇਤ ਖਾਤੀ ਥੀ ਲੈ ਕੇ ਲੱਕੜੀ ਟਗਰੀ ਤੋੜੀ ਲਾਂਗਤ ਲਾਂਗਤ ਜਾਤੀ ਥੀ। ਇਹ ਸਾਖੀ ਕਿੱਥੋਂ ਮਿਲੇਗੀ? ਪੰਡਤਾਂ ਨੂੰ ਜਾ ਕੇ ਪੁੱਛਾਂਗੇ ਆਪਾਂ ਕਾਂਸੀ ਵਿੱਚ ਕਿ ਪੰਡਤੋ ਆ ਤੁਹਾਡੀ ਗਾਇਤਰੀ ਕਿਹੜੀ ਲੰਗੜੀ ਹੋਈ ਸੀ? ਕੋਈ ਪੰਡਤ ਨਹੀਂ ਦੱਸੇਗਾ ਸੱਚ ਦੀ ਗੱਲ ਸਾਨੂੰ। ਤੋ ਇਸ ਕਰਕੇ ਸਾਧ ਸੰਗਤ ਜੀ ਇਹ ਸਾਖੀਆਂ ਦਸਵੇਂ ਪਾਤਸ਼ਾਹ ਜੀ ਨੇ ਵਿੱਚ ਲਿਖੀਆਂ ਹੋਈਆਂ ਨੇ। ਪਾਂਡੇ ਤੁਮਰਾ ਮਹਾਦੇਵ ਧੌਲੇ ਬਲਦ ਚੜਿਆ ਆਵਤ ਦੇਖਿਆ ਥਾ ਮੋਦੀ ਕੇ ਘਰ ਖਾਣਾ ਪਾਕਾ ਵਾਕਾ ਲੜਕਾ ਮਾਰਿਆ ਥਾ। ਪੰਡਤਾਂ ਨੂੰ ਜਾ ਕੇ ਕਹਾਂਗੇ ਮਹਾਦੇਵ ਕਿਹੜੇ ਬਲਦ ਤੇ ਚੜ ਕੇ ਆਇਆ ਸੀ, ਕਿਹੜਾ ਲੜਕਾ ਮਾਰਿਆ? ਤੇ ਭਾਈ ਸਾਨੂੰ ਸਾਖੀ ਸੁਣਾਓ, ਕੱਲ ਨੂੰ ਅਸੀਂ ਕਥਾ ਕਰਨੀ ਹੈ ਸ਼ਬਦ ਦੀ। ਪੰਡਤਾਂ ਨੂੰ ਪੁੱਛਾਂਗੇ ਜਾ ਕੇ। ਮੇਰੇ ਸਤਿਗੁਰੂ ਮਹਾਰਾਜ ਜੀ ਨੇ ਇਹ ਅਵਤਾਰਾਂ ਦੀ ਕਥਾ ਵਿੱਚ ਸਭ ਕੁਝ ਲਿਖ ਕੇ ਖਜ਼ਾਨਾ ਪਾ ਦਿੱਤਾ। ਤੋ ਇਸ ਕਰਕੇ ਪੜ੍ਹਨਾ ਸਾਨੂੰ ਨਹੀਂ ਆਉਂਦਾ, ਦਸਮ ਗ੍ਰੰਥ ਦੀ ਬਾਣੀ ਨੂੰ ਪੜ੍ਹਨਾ ਸਾਨੂੰ ਨਹੀਂ ਆਉਂਦਾ, ਅਰਥ ਸਾਨੂੰ ਨਹੀਂ ਆਉਂਦੇ, ਤੇ ਕਹਿ ਦਿੱਤਾ ਦੋਸ਼ ਦੇ ਦਿੱਤਾ ਇਹ ਜੀ ਮਹਾਰਾਜ ਦੀ ਬਾਣੀ ਨਹੀਂ। ਇਹ ਤਾਂ ਇਸ ਤਰ੍ਹਾਂ ਹੈ, ਗਿੱਦੜ ਦਾਖ ਨਾ ਅਪੜੈ ਆਖੈ ਥੂ ਕੌੜੀ ਨੱਚਣ ਸਾਰ ਨਾ ਜਾਣੀ ਆਖੈ ਭੂ ਸੌੜੀ। ਕਹਿੰਦੇ ਅੰਗੂਰਾਂ ਤੱਕ ਆਪ ਨੂੰ ਕੋਲੋਂ ਨਹੀਂ ਪਹੁੰਚਿਆ ਜਾਂਦਾ ਤੇ ਕਹਿੰਦੀ ਹੈ ਕੌੜੇ ਨੇ, ਖੱਟੇ ਨੇ ਅੰਗੂਰ। ਪੜ੍ਹਨਾ ਆਪ ਨੂੰ ਨਹੀਂ ਆਉਂਦਾ ਦਸਮ ਗ੍ਰੰਥ, ਕਿਉਂਕਿ ਕਠਿਨ ਹੈ, ਮਹਿੰਗੀ ਬਾਣੀ ਹੈ। ਜਿੰਨਾ ਚਿਰ ਸੰਥਿਆ ਨਾ ਲਈ ਜਾਵੇ ਉਹਨਾਂ ਚਿਰ ਪੜ੍ਹੀ ਨਹੀਂ ਜਾਂਦੀ। ਤੇ ਅਰਥ ਤਾਂ ਬੜੀ ਦੂਰ ਦੀ ਗੱਲ ਇਹਦੇ ਅਰਥ ਕਰਨੇ, ਹਰੇਕ ਦੇ ਵੱਸ ਦੀ ਗੱਲ ਨਹੀਂ। ਜਿਵੇਂ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਕਰਨੀ ਆਉਂਦੀ ਤੇ ਨਹੀਂ ਤੇ ਰੌਲਾ ਪਾ ਦਿੱਤਾ ਜੀ ਕਵੀ ਸੰਤੋਖ ਸਿੰਘ ਜੀ ਨੇ ਆਹ ਗਲਤ ਲਿਖਿਆ, ਉਹ ਲਿਖਿਆ, ਇਹ ਕਥਾ ਨਹੀਂ ਹੋਣੀ ਚਾਹੀਦੀ। ਕਥਾ ਕਰਨੀ ਆਪ ਨੂੰ ਨਹੀਂ ਆਉਂਦੀ ਸੂਰਜ ਗ੍ਰੰਥ ਦੀ, ਤੇ ਦੋਸ਼ ਕੱਢ ਦਿੱਤਾ ਕਵੀ ਸੰਤੋਖ ਸਿੰਘ ਜੀ ਦੇ ਵਿੱਚ। ਇਹ ਉਹਨਾਂ ਲੋਕਾਂ ਦੀਆਂ ਗੱਲਾਂ ਨੇ ਸਾਧ ਸੰਗਤ ਜਿਹੜੇ ਕਾਇਰ ਆਪ ਨੇ। ਜਿਸ ਬੰਦੇ ਦਾ ਮਿਹਦਾ ਕਮਜ਼ੋਰ ਹੋਵੇ ਨਾ, ਉਹ ਬੰਦਾ ਪਨੀਰ ਕੀ ਪਚਾਵੇਗਾ? ਜਿਹਦਾ ਬਿਲਕੁਲ ਹੀ ਕਮਜ਼ੋਰ ਮਿਹਦਾ, ਘਿਓ ਨੂੰ ਕੀ ਪਚਾਵੇਗਾ? ਤੇ ਫੇਰ ਕਵੇਗਾ ਜੀ ਘਿਓ ਨਹੀਂ ਚੰਗਾ, ਘਿਓ ਦਾ ਦੋਸ਼ ਹੈ, ਪਨੀਰ ਦਾ ਦੋਸ਼ ਹੈ। ਨਹੀਂ ਭਾਈ, ਦੋਸ਼ ਤਾਂ ਤੇਰੇ ਵਿੱਚ ਹੈ, ਫਰਕ ਤਾਂ ਤੇਰੇ ਵਿੱਚ ਹੈ, ਮਿਹਦਾ ਤੇਰਾ ਕਮਜ਼ੋਰ ਹੈ। ਸ੍ਰੀ ਦਸਮ ਗ੍ਰੰਥ ਸਾਹਿਬ ਦੀ ਬਾਣੀ ਜਿਹਦੇ ਵਿੱਚ ਹਾਥੀਆਂ ਦੀਆਂ ਚਿੰਗਾਰਾਂ, ਘੋੜਿਆਂ ਦੀਆਂ ਜਿਹੜੀਆਂ ਸਾਧ ਸੰਗਤ ਜੀ ਆਵਾਜ਼ਾਂ, ਬੱਬਰ ਸ਼ੇਰਾਂ ਵਰਗੀਆਂ ਆਵਾਜ਼ਾਂ, ਤੇ ਜਿਹੜੀਆਂ ਸ਼ਸਤਰ ਨੇ ਉਹਨਾਂ ਹਥਿਆਰਾਂ ਦੀਆਂ ਆਵਾਜ਼ਾਂ ਖੜਕਦੀਆਂ ਨੇ ਨਾ, ਇਸ ਕਰਕੇ ਕਮਜ਼ੋਰ ਹਿਰਦੇ ਡਰਦੇ ਨੇ ਕਿ ਜੀ ਬਾਣੀ ਨਹੀਂ, ਮਹਾਰਾਜ ਦੇ ਬਚਨ ਹੀ ਨਹੀਂ, ਕੱਢ ਦਿਓ, ਆਹ ਵੀ ਕੱਢ ਦਿਓ, ਉਹ ਵੀ ਕੱਢ ਦਿਓ। ਸਾਡਾ ਤਾਂ ਅੰਮ੍ਰਿਤ ਹੀ ਦਸਵੇਂ ਪਾਤਸ਼ਾਹ ਜੀ ਦੀ ਬਾਣੀ ਦੇ ਨਾਲ ਹੈ। ਸਾਡਾ ਤਾਂ ਜਨਮ ਹੀ ਦਸਮ ਪਾਤਸ਼ਾਹ ਜੀ ਦੀ ਬਾਣੀ ਦੇ ਨਾਲ ਹੈ। ਸ੍ਰੀ ਜਪਜੀ ਸਾਹਿਬ ਤੋਂ ਬਾਅਦ 3 ਬਾਣੀਆਂ ਦਸਵੇਂ ਪਾਤਸ਼ਾਹ ਜੀ ਦੀਆਂ, ਤੇ ਫਿਰ 5ਵੀਂ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ। ਇੱਕ ਮਿਕ ਕਰ ਲਿਆ ਨਾ ਜਪਜੀ ਵਿੱਚ, ਗਲਵਕੜੀ ਵਿੱਚ। ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਪਜੀ ਸਾਹਿਬ, ਫਿਰ 3 ਬਾਣੀਆਂ ਦਸਮ ਪਾਤਸ਼ਾਹ ਜੀ ਦੀਆਂ, ਫਿਰ ਆਨੰਦ ਸਾਹਿਬ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ। ਇਹ ਵਿੱਚ ਗਲਵਕੜੀ ਵਿੱਚ ਲੈ ਲਿਆ ਮਹਾਰਾਜ ਦੀਆਂ ਬਾਣੀਆਂ ਨੂੰ। ਤੋ ਇਸ ਕਰਕੇ ਸਾਧ ਸੰਗਤ ਜੀ ਮੈਂ ਬੇਨਤੀ ਕੀਤੀ ਹੈ, ਕਵੀ ਜੀ ਵੇਖੋ ਕਿੱਡੇ ਸਿਆਣੇ ਨੇ। ਸਦੀਆਂ ਪਹਿਲਾਂ ਕਵੀ ਰਾਜ ਕਵੀ ਸੰਤੋਖ ਸਿੰਘ ਜੀ ਹੋਏ, ਉਸ ਵੇਲੇ ਕੋਈ ਰੌਲਾ ਨਹੀਂ ਸੀ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦਾ। ਅੱਜ ਤਾਂ ਬੜੇ ਬੁੱਧੀਜੀਵੀ ਹੋ ਗਏ ਜੀ, ਸਾਡੇ ਵਰਗਾ ਬੁੱਧੀਜੀਵੀ ਕੋਈ ਨਹੀਂ, ਬੁੱਧੀਜੀਵੀ ਕੋਈ ਨਹੀਂ। ਗਿਆਨੀ ਵੀਰ ਸਿੰਘ ਜੀ ਨੇ ਇੱਕ ਵਾਰ ਬਚਨ ਕਿਹਾ ਸੀ, ਬੜੇ ਮਹਾਨ ਵਿਦਵਾਨ ਹੋਏ ਨੇ ਮਾਲਵੇ ਦੇ ਗਿਆਨੀ ਵੀਰ ਸਿੰਘ ਜੀ, ਸ਼੍ਰੋਮਣੀ ਕਮੇਟੀ ਦੇ ਮੈਂਬਰ ਵੀ ਰਹੇ ਨੇ, ਧਰਮ ਪ੍ਰਚਾਰ ਕਮੇਟੀ ਦੇ ਵੀ ਉਹ ਮੈਂਬਰ ਸਾਹਿਬਾਨ ਰਹੇ ਨੇ।
ਉਹਨਾਂ ਨੇ ਇੱਕ ਵਾਰ ਵਚਨ ਕਿਹਾ ਸੀ, ਕਹਿੰਦੇ ਵਾਕਈ ਬੁੱਧੀਜੀਵੀ ਨੇ, ਜਿਹਦੀ ਬੁੱਧੀ ਵਿੱਚ ਜੀਵ ਪੈ ਜਾਣ ਨਾ, ਕੀੜੇ ਪੈ ਜਾਣ, ਬੁੱਧੀਜੀਵੀ ਹੁੰਦਾ। ਕੋ ਸਤਨਾਮ। ਇਹ ਸੰਕਿਆ ਦੇ ਕੀੜੇ ਪੈ ਗਏ, ਸਾਧ ਸੰਗੀ ਭਰਮ ਦੇ ਕੀੜੇ ਪੈ ਗਏ, ਨਾਸਤਿਕਤਾ ਦੇ ਕੀੜੇ ਪੈ ਗਏ ਸਾਡੀ ਬੁੱਧੀ ਵਿੱਚ। ਵਾਕਈ ਬੁੱਧੀਜੀਵੀ ਆ ਅਸੀਂ। ਇਹੋ ਜਿਹੇ ਬੁੱਧੀਜੀਵੀ ਨਾ ਬਣਾਵੇ ਮਹਾਰਾਜ ਕਿਸੇ ਨੂੰ, ਜਿਹੜੇ ਗੁਰੂ ਕੀ ਬਾਣੀ ਤੇ ਵੀ ਸੰਕੇ, ਮਹਾਰਾਜ ਦੇ ਬਚਨਾਂ ਤੇ ਵੀ ਸੰਕੇ। ਤੋ ਧੰਨ ਕਵੀ ਰਾਜ ਕਵੀ ਸੰਤੋਖ ਸਿੰਘ ਜੀ, ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵੀ ਨਿਰਦੇਸ਼ਕ ਮੰਗਲ, ਵਸਤੂ ਨਿਰਦੇਸ਼ਕ ਮੰਗਲ ਕੀਤਾ ਹੈ, ਔਰ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦਾ ਵੀ ਇੱਥੇ ਨਿਰਦੇਸ਼ਕ ਮੰਗਲ ਕਰਕੇ ਫਿਰ ਅੱਗੇ ਕਥਾ ਆਰੰਭ ਕਰ ਰਹੇ ਹਨ। ਮਹਾਰਾਜ ਜੀ ਦੇ ਮੰਗਲ ਕਰਦੇ ਹੋਏ ਅੱਠ ਦੁਆ ਦਸਮ ਰਾਸ ਕਥਨੰ, ਕਹਿੰਦੇ 10 ਤੇ 2 12, 12ਵੀਂ ਰਾਸ ਦਾ ਕਥਨ ਕਰਨ ਲੱਗੇ ਹਾਂ ਅਸੀਂ ਭਾਈ ਹੁਣ। ਦੁਹਰਾ ਪਾਰ ਬ੍ਰਹਮ ਪਰਮਾਤਮਾ, ਪਾਰ ਬ੍ਰਹਮ ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ ਪਾਰ ਹੈ। ਬ੍ਰਹਮਾ ਸ਼ਿਵ ਵਿਸ਼ਨੂੰ ਤਿੰਨਾਂ ਤੋਂ ਪਾਰ ਹੈ। ਸਾਰੀ ਸ੍ਰਿਸ਼ਟੀ ਪ੍ਰਕਿਰਤੀ ਤੋਂ ਪਾਰ ਹੈ, ਪਾਪਾਂ ਪੁੰਨਾਂ ਤੋਂ ਪਾਰ ਹੈ। ਬ੍ਰਹਮ ਵਿਆਪਕ ਸਰੂਪ ਹੈ, ਪਰਮ ਆਤਮਾ, ਜਿਸ ਦੀ ਆਤਮਾ ਜੋਤ ਸਾਰਿਆਂ ਵਿੱਚ ਹੈ, ਪਰ ਆਪ ਸਾਰਿਆਂ ਤੋਂ ਵੱਡੀ ਜੋਤ ਪਰਮ ਆਤਮਾ ਹੈ। ਸੋ ਪਰਮ ਪੂਰਨ ਪੁਰਖ ਪਰਮਾਤਮਾ, ਜਿਵੇਂ ਬਚਨ ਕਹੇ ਭਾਈ ਗੁਰਦਾਸ ਸਾਹਿਬ ਜੀ ਨੇ ਵੀ, ਪਰਮਾਤਮ ਹੈ, ਆਤਮ ਹੈ, ਆਤਮ ਵਸ ਹੈ, ਜਸ ਕੇ ਜਸ ਹੈ। ਸ੍ਰੀ ਜਾਪ ਸਾਹਿਬ ਵਿੱਚ ਆਪਾਂ ਪੜ੍ਹਦੇ ਹਾਂ, ਐਸਾ ਪ੍ਰਮਾਤਮਾ ਵਾਹਿਗੁਰੂ ਵਿਆਪਕ ਸਕਲ ਸਮਾਨ, ਸਾਰਿਆਂ ਵਿੱਚ ਇੱਕ ਸਮਾਨ ਹੋ ਕੇ ਵਿਆਪਕ ਹੋ ਰਿਹਾ ਹੈ। ਕੀਟ ਹਸਤ ਮੈਂ ਪੂਰ ਸਮਾਨੈ, ਪ੍ਰਗਟ ਪੁਰਖ ਸਭ ਠਾਉ ਜਾਣੈ। ਘਟ ਘਟ ਰਵ ਰਹਿਆ ਬਨਵਾਰੀ, ਜਲ ਥਲ ਮਹੀਰ ਗੁਪਤੋ ਵਰਤੈ। ਗੁਰ ਸ਼ਬਦੀ ਦੇਖ ਨਿਹਾਰੀ ਜੀਓ। ਸਭ ਅਲੰਭ ਪ੍ਰੇਰਕ ਪ੍ਰਭੂ, ਸਾਰਿਆਂ ਦਾ ਆਸਰਾ ਰੂਪ ਹੈ। ਕੋਈ ਉਸ ਦੇ ਆਸਰੇ ਤੋਂ ਬਿਨਾਂ ਨਹੀਂ, ਜਿਹੜਾ ਕਹਿੰਦਾ ਮੈਂ ਨਹੀਂ ਰੱਬ ਨੂੰ ਮੰਨਦਾ, ਰੱਬ ਹੈ ਹੀ ਨਹੀਂ, ਮੈਂ ਨਹੀਂ ਮੰਨਦਾ ਰੱਬ ਨੂੰ, ਮੈਂ ਨਹੀਂ ਗਾਡ ਨੂੰ ਮੰਨਦਾ। ਭਾਈ ਤੇਰੇ ਵਿੱਚ ਸਵਾਸ ਕੌਣ ਚਲਾ ਰਿਹਾ? ਤੂੰ ਤਾਂ ਜਿਉਂਦਾ ਹੀ ਉਹਦੇ ਕਰਕੇ ਐ। ਇਹ ਤਾਂ ਫਿਰ ਵੀ ਉਹਦੀ ਕਿਰਪਾ, ਤੇਰੇ ਵਰਗੇ ਕਿਰਤ ਘਾਣ ਦੇ ਵਿੱਚ ਵੀ ਜਾਨ ਪਾਈ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇਰੇ ਵਰਗੇ ਕਿਰਤ ਘਾਣ ਨੂੰ ਵੀ ਅੰਨ ਦੇ ਰਿਹਾ ਹੈ। ਦੀਨ ਦਇਆਲ ਦਇਆ ਨਿਧ, ਦੋਖਣ ਦੇਖਤ ਹੈ ਪਰ ਦੇਤ ਨਾ ਹਾਰੈ। ਕਿਉਂਕਿ ਦੀਨ ਦਿਆਲ ਹੈ ਪਰਮਾਤਮਾ, ਦਇਆ ਕਰਨ ਵਾਲਾ। ਸਭ ਉੱਪਰ ਨਦਰ ਪ੍ਰਭ ਤੇਰੀ, ਕਿਸੈ ਥੋੜੀ ਕਿਸੈ ਹੈ ਕਨੇਰੀ। ਅਕਿਰਤ ਘਣਾ ਨੂੰ ਪਾਲਦਾ ਪ੍ਰਭ ਨਾਨਕ, ਸਾਧ ਬਖਸ਼ ਸਿੰਧ ਪਾਲੇ ਅਕਿਰਤ ਘਣਾ, ਪੂਰਨ ਦ੍ਰਿਸ਼ਟ ਤੇਰੀ ਰਾਮ। ਤੋ ਸਭ ਦਾ ਅਲੰਭ ਹੈ, ਆਸਰਾ ਰੂਪ ਹੈ, ਪ੍ਰੇਰਕ ਵੀ ਹੈ ਸਭ ਦਾ। ਪ੍ਰੇਰਕ ਭਗਤਾਂ ਦਾ ਉਤਮ ਮਤ ਪ੍ਰਭ ਅੰਤਰਜਾਮੀ, ਜਿਉ ਪ੍ਰੇਰੇ ਤਿਉ ਕਰਨਾ। ਜੋ ਨਟੂਆ ਤੰਤ ਵਜਾਏ, ਤੰਤੀ ਤਿਉ ਵਾਜੇ ਜੰਤ ਜਨਾ। ਉਦਮ ਦੇਣ ਵਾਲਾ, ਉੱਚੀ ਮਤ ਦੇਣ ਵਾਲਾ, ਸ੍ਰੇਸ਼ਟ ਬੁੱਧੀ ਦੇਣ ਵਾਲਾ, ਉਹ ਪ੍ਰੇਰਕ ਹੈ। ਪ੍ਰੇਰ ਕਰਕੇ ਹੀ ਆਪੇ ਸੰਗਤ ਸੱਦ ਬਹਾਲੈ। ਚੱਲ ਭਾਈ ਗੁਰੂ ਕੀ ਸੰਗਤ ਵਿੱਚ, ਇੱਥੇ ਵਿਹਲਾ ਉਹ ਨਹੀਂ ਵੇਖਣਾ, ਤੂੰ ਗੱਲਾਂ ਹੀ ਮਾਰਨੀਆਂ। ਪ੍ਰੇਰਨਾ ਕਰਕੇ ਲੈ ਕੇ ਆਉਂਦਾ ਹੈ। ਆਪੇ ਸੰਗਤ ਸੱਦ ਬਹਾਲੈ, ਆਪੇ ਵਿਦਾ ਕਰਾਵੇ। ਹੁਣ ਭਗਤ ਪ੍ਰਹਿਲਾਦ ਜੀ ਦੇ ਗਲ ਵਿੱਚ ਸੱਪ ਪਏ ਹੋਏ ਨੇ, ਪਰ ਡੰਗ ਨਹੀਂ ਮਾਰ ਰਹੀ। ਉਹ ਕੌਣ ਹੈ ਉਹਨਾਂ ਵਿੱਚ ਬੈਠਾ ਹੋਇਆ? ਪ੍ਰੇਰਕ। ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ, ਉਹਨਾਂ ਦਾ ਸੁਭਾਅ ਸੀ ਕਿ ਇਕਾਂਤ ਜੰਗਲ ਉਜਾੜ ਵਿੱਚ ਬਹਿ ਕੇ ਸਮਾਧੀ ਲੀਨ ਹੋਣਾ, ਬੰਦਗੀ ਕਰਨੀ। ਇੱਕ ਦਿਨ ਬੈਠੇ ਨੇ, ਇੱਕ ਫਨੀਅਰ ਨਾਗ ਆਇਆ। ਆ ਕੇ ਨਾ ਉਹਨੇ ਲੱਤ ਨੂੰ ਵਲ ਪਾਇਆ, ਨਾਗ ਵੱਲ ਜ਼ੋਰ ਦੀ ਘੁੱਟਿਆ, ਤੇ ਮਹਾਂਪੁਰਖਾਂ ਦੇ ਨੇਤਰ ਖੁੱਲ ਗਏ। ਘਬਰਾਏ ਨਹੀਂ, ਦੇਖ ਕੇ ਕਹਿਣ ਲੱਗੇ, ਭਗਤਾ ਕੀ ਵੈਰ ਹੈ ਤੇਰਾ ਸਾਡੇ ਨਾਲ? ਭਾਈ ਜਾਂ ਆਪਣਾ ਕੰਮ ਕਰ ਤੂੰ। ਪਰ ਇੰਨਾ ਹੀ ਬਚਨ ਕਿਹਾ, ਉਸੇ ਵੇਲੇ ਨਾਗ ਵੱਲ ਛੱਡ ਕੇ ਜਿੱਧਰੋਂ ਆਇਆ ਉਧਰ ਨੂੰ ਵਾਪਸ ਚਲਿਆ ਗਿਆ। ਇਹਨੂੰ ਕਹਿੰਦੇ ਨੇ ਪ੍ਰੇਰਕ। ਹਰੇਕ ਦੇ ਵਿੱਚ ਉਹ ਪ੍ਰਮਾਤਮਾ ਪ੍ਰੇਰਨਾ ਕਰਨ ਵਾਲਾ ਹੈ। ਹੁਣ ਇੱਕ ਪਾਸੇ ਹਾਥੀ ਨੂੰ ਕੁੰਡੇ ਮਾਰਿਆ, ਮੁਹਾਵਤ ਜ਼ੋਰ ਜ਼ੋਰ ਦੀ। ਆਪਾਂ ਨੂੰ ਪਤਾ ਉਹ ਸੀਖਾਂ ਲੋਹੇ ਦੇ ਸਰੀਏ, ਹਾਥੀ ਦੇ ਕੰਨ ਦੇ ਕੋਲ ਜਦੋਂ ਵੱਜਦਾ ਤੇ ਹਾਥੀ ਚਿੰਗਾਰਦਾ, ਬੜੀ ਦਰਦ ਹੁੰਦੀ ਉਹਨੂੰ। ਜੇ ਸੱਜੇ ਚਲਾਉਣਾ ਹੋਵੇ ਨਾ ਖੱਬੇ ਨੂੰ ਤਾਂ ਸੱਜੇ ਮਾਰਦਾ, ਜੇ ਸੱਜੇ ਪਾਸੇ ਚਲਾਉਣਾ ਹੋਵੇ ਤਾਂ ਖੱਬੇ ਕੰਨ ਤੇ ਮਾਰਦਾ ਮੁਹਾਵਤ ਉਹਦੇ, ਤੇ ਜੇ ਸਿੱਧਾ ਚਲਾਉਣਾ ਹੋਵੇ ਤੇ ਮੱਥੇ ਤੇ ਮਾਰਦਾ। ਉਹ ਬੜੀ ਦਰਦ ਕਰਦਾ ਲੋਹੇ ਦਾ ਕੁੰਡਾ ਜਦੋਂ ਸਰੀਆ ਵੱਜਦਾ ਹੈ। ਹੁਣ ਮੁਹਾਵਤ ਜ਼ੋਰ ਜ਼ੋਰ ਦੇ ਸਰੀਏ ਲੋਹੇ ਦੇ ਕੁੰਡੇ ਮਾਰ ਰਿਹਾ ਹਾਥੀ ਨੂੰ, ਪਰ ਹਾਥੀ ਨਮਸਕਾਰਾਂ ਕਰੀ ਜਾ ਰਿਹਾ ਭਗਤ ਕਬੀਰ ਸਾਹਿਬ ਜੀ ਨੂੰ।
ਕੁੰਚਰ ਕੋਟ ਲੈ ਲੈ ਨਮਸਕਾਰੈ, ਬੂਝੀ ਨਾਹੀ ਕਾਜੀ ਅੰਧਿਆਰੈ। ਕਾਜੀ ਕਹਿੰਦਾ ਉਹ ਬਹਾਵਤ ਮੈਂ ਤੈਨੂੰ ਚੀਰ ਕੇ ਸੁੱਟ ਦੇਵਾਂਗਾ, ਤਲਵਾਰ ਦੇ ਨਾਲ ਤੇਰਾ ਗਲਾ ਕੱਟ ਦਿਆਂਗਾ, ਕਿਉਂ ਨਹੀਂ ਤੋੜਦਾ ਗਿਆ ਹਾਥੀ ਨੂੰ? ਉਹ ਕਹਿੰਦਾ ਭਰਾਵਾ ਮੈਂ ਤਾਂ ਕਾਜੀ ਸਾਹਿਬ ਤੇਰਾ ਇਹਨੂੰ ਤੋੜਿਆ, ਵੇਖੋ ਤੁਹਾਡੇ ਸਾਹਮਣੇ ਜ਼ੋਰ ਜ਼ੋਰ ਦੀ ਕੁੰਡੇ ਮਾਰਿਆ ਪਰ ਇੱਕ ਵੀ ਕਦਮ ਅੱਗੇ ਨਹੀਂ ਪੁੱਟ ਰਿਹਾ, ਇਹ ਤਾਂ ਸਿਰ ਹੀ ਨਵਾ ਕੇ ਇੱਥੇ ਖੜਾ ਹੋ ਗਿਆ। ਕਿਉਂਕਿ ਪ੍ਰੇਰਕ ਵਿੱਚ ਬੈਠਾ, ਰੱਬ ਵਿੱਚ ਬੈਠਾ ਹੈ, ਤੇ ਰੱਬ ਕਹਿ ਰਿਹਾ ਅੱਗੇ ਨਾ ਵਧੀ, ਇਹ ਰੱਬ ਦਾ ਭਗਤ ਹੈ, ਇਹਦੇ ਤੇ ਕਿਤੇ ਪੈਰ ਨਾ ਰੱਖ ਦੇਵੀਂ। ਤੋ ਇਸ ਕਰਕੇ ਸਾਧ ਸੰਗਤ ਜੀ ਉਹ ਪ੍ਰੇਰਕ ਹੈ, ਪ੍ਰੇਰਨਾ ਕਰਨ ਵਾਲਾ ਵਾਹਿਗੁਰੂ। ਬਿਦਤੋ ਹਿਰਦੇ ਸਮਾਨ ਮਹਾਨ, ਮੇਰੇ ਹਿਰਦੇ ਦੇ ਵਿੱਚ ਹੈ ਵਾਹਿਗੁਰੂ ਮਹਾਨ ਪ੍ਰਭੂ, ਬਿਦ ਤੋਂ ਪ੍ਰਗਟ ਹੋ ਜਾਓ। ਨਾਨਕ ਕੀ ਪ੍ਰਭ ਬੇਨਤੀ, ਪ੍ਰਭ ਮਿਲੋ ਪ੍ਰਾਪਤ ਹੋਏ। ਪ੍ਰਾਪਤ ਤਾਂ ਤੁਸੀਂ ਹੈ ਹਰੇਕ ਦੇ ਹਿਰਦੇ ਵਿੱਚ, ਪਰ ਪ੍ਰਗਟ ਹੋਵੋ, ਸਖਿਆਤ ਹੋ। ਜਿਵੇਂ ਭਗਤ ਧੰਨੇ ਜੀ ਨੂੰ ਸਾਖਿਆਤ ਹੋ ਕੇ ਮਿਲੇ ਹੋ ਨਾ, ਬੇਣੀ ਕਿਉ ਪ੍ਰਭ ਕੀਓ ਪ੍ਰਗਾਸ, ਭਗਤ ਬੇਣੀ ਨੂੰ ਮਿਲੇ ਹੋ ਪ੍ਰਗਟ ਹੋ ਕੇ। ਸੈਨ ਨਾਈ ਨੂੰ ਗਲਵੱਕੜੀ ਵਿੱਚ ਲਿਆ, ਸੈਨ ਨਾਈ ਪੁਚਕਾਰੀ ਆਓ, ਘਰ ਘਰ ਸੁਣਿਆ। ਇਸ ਤਰ੍ਹਾਂ ਮਿਲੋ ਮਹਾਰਾਜ ਜੀ, ਚੋਜੀ ਪ੍ਰੀਤਮ ਜੀਓ, ਸਾਡੇ ਹਿਰਦੇ ਵਿੱਚ ਪ੍ਰਗਟ ਹੋਵੋ, ਆਪ ਕਿਰਪਾ ਕਰੋ। ਹੈ ਤੁਸੀਂ ਸਾਡੇ ਕੋਲ ਹੀ ਹੋ ਪਰ ਪ੍ਰਗਟ ਨਹੀਂ ਹੋ। ਜਿਵੇਂ ਕਹਿੰਦੇ ਨੇ ਨਾ ਕਈ, ਜੇ ਰੱਬ ਕਿਹੜਾ ਸਾਡੇ ਤੋਂ ਦੂਰ ਗਿਆ, ਰੱਬ ਤਾਂ ਸਾਡੇ ਕੋਲ ਹੀ ਹੈ। ਜਿਹੜਾ ਕੋਲ ਹੀ ਹੈ ਉਹਨੂੰ ਕੋਈ ਜ਼ਰੂਰੀ ਨਹੀਂ ਕਿ ਐਵੇਂ ਜਪ ਜਪ ਕਈ ਟਾਈਮ ਖਰਾਬ ਕਰਨਾ, ਉਹ ਤਾਂ ਕੋਲ ਹੀ ਹੈ ਸਾਡੇ, ਕਿਤੇ ਭੱਜ ਥੋੜਾ ਚੱਲਿਆ। ਕਹਿ ਦਿੰਦੇ ਨੇ ਨਾ ਕਈ, ਦੁੱਧ ਤਾਂ ਕੋਲ ਹੀ ਹੁੰਦਾ ਹੈ ਭਾਈ, ਪਰ ਜਿੰਨਾ ਚਿਰ ਰਿੜਕਾਂਗੇ ਨਹੀਂ ਮੱਖਣ ਨਹੀਂ ਲੈ ਸਕਾਂਗੇ। ਦੁੱਧ ਤਾਂ ਸਾਨੂੰ ਪ੍ਰਾਪਤੀ ਹੈ ਨਾ, ਪਰ ਮੱਖਣ ਕੱਢਣਾ ਹੋਵੇ, ਮੱਖਣ ਦੀ ਪ੍ਰਾਪਤੀ ਕਰਨੀ ਹੋਵੇ ਤਾਂ ਰਿੜਕਣਾ ਪਾਉਣਾ ਪਵੇਗਾ ਜਾਗ ਲਾ ਕੇ। ਜੇ ਵਾਹਿਗੁਰੂ ਨੂੰ ਪ੍ਰਾਪਤ ਕਰਨਾ ਹੈ ਤਾਂ ਪਹਿਲਾਂ ਜਾਗ ਲਾਉਣਾ ਪਵੇਗਾ ਪੰਜ ਪਿਆਰੇ ਸਾਹਿਬਾਨਾਂ ਤੋਂ। ਜਿਵੇਂ ਅੱਜ ਅੰਮ੍ਰਿਤ ਸੰਚਾਰ ਹੋਇਆ ਹੈ, ਇਹ ਜਾਗ ਲੱਗਾ ਹੈ ਜਿਨ੍ਹਾਂ ਦੇ ਭਾਗ ਖੁੱਲੇ ਨੇ, ਜਿਨ੍ਹਾਂ ਨੇ ਅੰਮ੍ਰਿਤ ਪਾਨ ਕੀਤਾ। ਜਰਾ ਮਰਾ ਨਹਿ ਵਿਆਪੇ ਫਿਰ ਦੁਖ ਨਾ ਪਾਇਆ, ਪੀ ਅੰਮ੍ਰਿਤ ਆਗਾਨਿਆ ਗੁਰ ਅਮਰ ਕਰਾਇਆ। ਫਿਰ ਅੱਗੇ ਜਿਵੇਂ ਅਭਿਆਸ ਕਰਨਾ ਹੈ ਬਾਣੀ ਦਾ ਗੁਰਮੁਖੋ, ਇਹ ਰਿੜਕਣਾ ਪਾਉਣਾ ਹੈ। ਅਭਿਆਸ ਕਰੀ ਜਾਵਾਂਗੇ, ਇੱਕ ਦਿਨ ਮੱਖਣ ਜ਼ਰੂਰ ਆ ਜਾਵੇਗਾ, ਪਰ ਵਿੱਚ ਕਾਂਜੀ ਦੀ ਛਿੱਟ ਨਾ ਪੈ ਜਾਵੇ। ਗ੍ਰਹਿਸਾਂ ਤੋਂ ਵੀ ਬਚ ਕੇ ਰਹਿਣਾ ਹੈ, ਮਾੜੇ ਕੰਮਾਂ ਤੋਂ ਵੀ ਬਚ ਕੇ ਰਹਿਣਾ ਹੈ, ਤਾਂ ਹੀ ਮੱਖਣ ਨਿਕਲੇਗਾ, ਨਹੀਂ ਤਾਂ ਫੁੱਟ ਜਾਵੇਗਾ ਦੁੱਧ ਜੇ ਕਾਂਜੀ ਦੀ ਛਿੱਟ ਪੈ ਗਈ। ਤੋ ਹੈ ਪ੍ਰਭੂ ਵਾਹਿਗੁਰੂ ਪ੍ਰਗਟ ਹੋ ਕੇ, ਸਖਿਆਤ ਹੋ ਕੇ, ਦਿਲ ਮੈਂ ਸਾਈਂ ਪ੍ਰਗਟ ਹੈ, ਆਪ ਪ੍ਰਗਟ ਹੋ ਕੇ ਮਿਲੋ ਜੀ। ਸੁਰਈਆ ਸੁੰਦਰ ਉਜਲ ਚੰਦ ਅਮੰਦ, ਪ੍ਰਭੂ ਦੀ ਗੁਰਬਾਣੀ ਦੀ ਮਹਿਮਾ ਕਰ ਰਹੇ ਨੇ ਕਵੀ ਜਨ ਜੀ, ਬੜੀ ਸੁੰਦਰ ਹੈ। ਜਿਵੇਂ ਨਿਰਕਲੰਕੀ ਚੰਦਰਮਾ ਹੋਵੇ, ਮੰਦ ਤੋਂ ਭਾਵ ਕੇ ਕਲੰਕ ਤੋਂ ਰਹਿਤ, ਇਸ ਤਰ੍ਹਾਂ ਮਹਾਰਾਜ ਆਪ ਜੀ ਦੀ ਬਾਣੀ ਕਲੰਕ ਲਾ ਦੇਣ ਵਾਲੀ ਹੈ। ਮਨਿੰਦ ਦਿਪੈ ਮੁਖ ਦੁੰਦਨ ਹਾਨੀ, ਸਾਰੇ ਦਵਿਆੰਦ ਨੂੰ ਰੋ ਹਰਖ ਸੋਗ, ਰਾਗ ਦਵੈਖ ਵੈਰ ਵਿਰੋਧ, ਇਹ ਸਭ ਤਰ੍ਹਾਂ ਦੇ ਦਵੰਦ ਨੂੰ, ਦਵੈਤ ਨੂੰ ਨਾਸ ਕਰਨ ਵਾਲੀ ਪ੍ਰਕਾਸ਼ ਰਹੀ ਹੈ। ਚੰਦਰਿਕਾ ਚੰਦਰਿਕ ਪਾਰਦ ਨਾਰਦ, ਇਸ ਤਰ੍ਹਾਂ ਬਾਣੀ ਦੀਆਂ ਕਿਰਨਾਂ ਨੇ ਜਿਵੇਂ ਚੰਦਰਮਾ ਦੀ ਚਾਂਦਨੀ, ਪੂਰਨਮਾਸੀ ਦੇ ਚੰਦਰਮਾ ਦੀ ਚਾਂਦਨੀ ਬੜੀ ਠੰਡ ਪਾਉਂਦੀ ਹੈ। ਸਾਰਦ ਅੰਗ ਕੇ ਰੰਗ ਸਮਾਨੀ, ਜਿਵੇਂ ਨਾਰਦ ਦਾ ਰੰਗ ਚਿੱਟਾ ਹੈ, ਜਿਵੇਂ ਪਾਰਾ ਬੜਾ ਲੁੱਸ ਲੁੱਸ ਚਮਕਦਾ ਹੈ, ਜਿਵੇਂ ਸਾਧ ਸੰਗਤ ਜੀ ਸਾਰਦ ਚਿੱਟਾ ਕਮਲ ਹੁੰਦਾ ਹੈ, ਇਸ ਤਰ੍ਹਾਂ ਗੁਰਮੁਖਾਂ ਦੇ ਹਿਰਦੇ ਵਿੱਚ ਉਜਲਤਾ ਦੇਣ ਵਾਲੀ, ਹਿਰਦੇ ਨੂੰ ਨਿਰਮਲ ਕਰਨ ਵਾਲੀ ਗੰਗਾ ਜਲ ਗੁਰੂ ਗੋਬਿੰਦ ਨਾਮ ਹੈ। ਦੇਵ ਜੀ ਬ੍ਰਿੰਦ ਕਰੈ ਅਭਿਨੰਦਨ, ਸਭ ਤਰ੍ਹਾਂ ਦੇ ਦੇਵੀ ਦੇਵਤੇ ਸਭ ਕੋਈ ਜਿਸ ਨੂੰ ਹਿਰਦੇ ਕਰਕੇ ਨਮਸਕਾਰ ਕਰਦਾ ਹੈ। ਆਨੰਦ ਕੰਦ ਬਿਲੰਦ ਸੁਜਾਨੀ, ਆਨੰਦ ਦਾ ਭਾਰੀ ਮੁੱਢ ਭਾਰੀ, ਆਨੰਦ ਦੀ ਦਾਤਾ, ਆਨੰਦ ਦੇਣ ਵਾਲੀ ਜਾਣੀ ਜਾਂਦੀ ਹੈ। ਤਾ ਪਦ ਕੇ ਅਰਵਿੰਦਨ ਕੋ ਗਨ, ਐਸੀ ਗੁਰੂ ਕੀ ਬਾਣੀ ਦੇ ਜੋ ਪਦ ਪਦੇ ਨੇ, ਸ਼ਬਦ ਨੇ, ਉਹਨਾਂ ਦੇ ਉੱਪਰ ਮੈਂ ਸਿਰ ਰੱਖ ਕੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਤੇ ਨਮਸਕਾਰ ਕਰਦਾ ਹਾਂ। ਬੰਦਨ ਠਾਨ ਰਚੋ ਬਰਬਾਨੀ, ਨਮਸਕਾਰ ਕਰਕੇ ਬੇਨਤੀ ਕਰਦਾ ਸ੍ਰੇਸ਼ਟ ਬਾਣੀ ਰਚਣ ਦਾ ਮੈਨੂੰ 12ਵੀਂ ਰਾਸ ਰਚਣ ਦਾ ਬਲ ਦਿਓ ਜੀ। ਚਾਉ ਪਈ ਉਪਦੇਸ਼ਿਤ ਜਗ ਗੁਰ ਭਏ,
ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਮੰਗਲ ਕਵੀ ਰਾਜ ਕਵੀ ਸੰਤੋਖ ਸਿੰਘ ਜੀ ਕਾਰੇ ਸਾਰੇ ਜਗਤ ਨੂੰ ਅਕਾਲ ਪੁਰਖ ਦਾ ਨਾਮ ਬਾਣੀ ਦਾ ਧਰਮ ਦਾ ਉਪਦੇਸ਼ ਦੇਣ ਵਾਲੇ ਸਤਿਗੁਰੂ ਨਾਨਕ ਸਾਹਿਬ ਪਹਿਲੇ ਸਤਿਗੁਰੂ ਹੋਏ ਹਨ। ਤੋ ਕਰਤਬ ਕੀਨਾ ਸਿੱਖੀ ਤੋਰੀ ਜਨਮ ਜਨਮ ਲਿਵ ਵਿਛੜੀ ਜੋਰੀ ਨਰਕ ਪੜਨ ਤੇ ਜੀਵ ਉਧਾਰੇ ਸਤਨਾਮ ਦੇ ਭਵਜਲ ਤਾਰੇ ਐਸੇ ਸਤਿਗੁਰੂ ਜੀ। ਫੈਲਿਓ ਜਸ ਜਿਮ ਚੰਦ ਜਿਵੇਂ ਚੰਦਰਮਾ ਦੀ ਚਾਂਦਨੀ ਪੂਰਨਮਾਸੀ ਵਾਲੀ ਰਾਤ ਫੈਲੀ ਹੁੰਦੀ ਹੈ ਤੋ ਮਿਟਿਆ ਅੰਧੇਰਾ ਚੰਦ ਚੜ੍ਹਿਆ ਐਸੇ ਸਤਿਗੁਰਾਂ ਦਾ ਗੁਰਪ੍ਰਸਾਦ ਸਹਿਜ ਘਰ ਪਾਇਆ ਮਿਟਿਆ ਅੰਧੇਰਾ ਚੰਦ ਚੜ੍ਹਿਆ ਹਰ ਪਾਸੇ ਜਸ ਫੈਲਿਆ ਹੈ। ਵਿਗਨ ਵਿਨਾਸੈ ਕਿਰਪਾ ਤੇ ਜਿਨ੍ਹਾਂ ਦੀ ਕਿਰਪਾ ਦੇ ਨਾਲ ਵਿਗਨ ਵਿਨਾਸ਼ਨ ਸਭ ਦੁੱਖ ਨਾਸ਼ਨ ਨਾਸ ਹੋ ਜਾਂਦੇ ਹਨ। ਸ੍ਰੀ ਨਾਨਕ ਪਦ ਬੰਦ ਐਸੇ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਤੇ ਕਮਲਾਂ ਤੇ ਮੇਰੀ ਨਮਸਕਾਰ ਹੈ। ਅਜਾਨ ਚਰਨ ਧੀਰਜ ਧਰਨ ਜਿਹੜੇ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਦਾ ਮੰਗਲ ਕਾਰੇ ਨੇ ਅਜਾਰ ਸ਼ਕਤੀਆਂ ਨੂੰ ਜਾਣਨ ਵਾਲੇ ਧੀਰਜ ਨੂੰ ਧਾਰਨ ਕਰਨ ਵਾਲੇ ਕਹੋ ਨਾਨਕ ਅਜਾਰ ਜਿਨ ਜਰਿਆ ਤਿਸ ਹੀ ਕੋ ਬਨ ਆਵਤ ਜਿਸ ਨੂੰ ਆਇਆ ਪ੍ਰੇਮ ਰਸ ਤਿਸਾ ਹੀ ਚਰਨੇ ਕਹੋ ਨਾਨਕ ਅਜਰ ਜਿਨ ਜਰਿਆ ਤਿਸ ਹੀ ਕੋ ਬਨ ਆਵਤ। ਤੋ ਉਹ ਸਤਿਗੁਰੂ ਮਹਾਰਾਜ ਧੀਰਜ ਧਾਰੀ ਜਦੋਂ ਖਹਿੜਿਆਂ ਨੇ ਆ ਕੇ ਮਹਾਰਾਜ ਨੂੰ ਉਬਾਕ ਕਹੇ ਸਨ ਕਿ ਇੱਥੋਂ ਚਲੇ ਜਾਓ ਤੁਹਾਡੇ ਕਰਕੇ ਮੀਂਹ ਨਹੀਂ ਪੈਂਦਾ ਨਿਕਲ ਜਾਓ ਇੱਥੋਂ। ਭਾਵੇਂ ਸਾਰੀ ਸ੍ਰਿਸ਼ਟੀ ਦੇ ਮਾਲਕ ਨੇ ਅਨੰਤ ਕਲਾ ਦੇ ਮਾਲਕ ਨੇ ਅਨੇਕਾਂ ਸ਼ਕਤੀਆਂ ਦੇ ਮਾਲਕ ਨੇ ਗੁਰੂ ਅੰਗਦ ਸਾਹਿਬ ਪਰ ਇੰਨੇ ਧੀਰਜ ਧਾਰੀ ਤੇ ਅਜਾਰ ਸ਼ਕਤੀਆਂ ਨੂੰ ਜਾਣਨ ਵਾਲੇ ਚੁੱਪ ਕਰਕੇ ਉੱਥੋਂ ਉੱਠ ਕੇ ਤੇ ਬਾਹਰ ਚਲੇ ਗਏ। ਮਹਾਰਾਜ ਖਡੂਰ ਸਾਹਿਬ ਦਾ ਨਗਰ ਛੱਡ ਕੇ ਬਾਹਰ ਜਾ ਕੇ ਬਹਿ ਗਏ। ਸਾਧ ਸੰਗਤ ਜੀ ਐਸੇ ਅਜਾਰ ਸ਼ਕਤੀਆਂ ਨੂੰ ਜਾਣਨ ਵਾਲੇ ਧੀਰਜ ਧਾਰੀ ਹਨ। ਅਮਰ ਕਰਨ ਸਿੱਖ ਬ੍ਰਿੰਦ ਸਮੂਹ ਗੁਰਸਿੱਖਾਂ ਨੂੰ ਅਮਰ ਕਰ ਦੇਣ ਵਾਲੇ ਮੌਤ ਤੋਂ ਰਹਿਤ ਕਰ ਦੇਣ ਵਾਲੇ ਅਮਰ ਭਏ ਸਦ ਸਦ ਹੀ ਜੀਵ ਹੈ। ਸ੍ਰੀ ਅੰਗਦ ਸੰਕਟ ਹਰਨ ਸਮੂਹ ਤਰ੍ਹਾਂ ਦੇ ਸੰਕਟਾਂ ਨੂੰ ਵਿਪਤਾਂ ਨੂੰ ਨਾਸ਼ ਕਰਨ ਵਾਲੇ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਹਨ। ਨਮਹਿ ਬਦਨ ਅਰਵਿੰਦ ਮਹਾਰਾਜ ਜੀ ਦੇ ਚਰਨਾਂ ਕਮਲਾਂ ਤੇ ਮੇਰੀ ਨਮਸਕਾਰ ਹੈ। ਬੜੇ ਵਿਸਾਲ ਨਿਹਾਲ ਜਨ ਮਹਾਰਾਜ ਜੀ ਨੇ ਬਹੁਤ ਸਾਰੇ ਆਪਣੇ ਸੇਵਕ ਜਨ ਨਿਹਾਲ ਕੀਤੇ ਤੀਜੇ ਪਾਤਸ਼ਾਹ ਜੀ। ਕਾਲ ਕਾਲ ਦੁਖ ਜਾਲ ਜਿਨ੍ਹਾਂ ਨੇ ਕਾਲ ਦਾ ਮੌਤ ਦਾ ਜਮ ਦਾ ਜਾਲ ਕੱਟ ਦਿੱਤਾ। ਗੋਇੰਦਵਾਲ ਸਾਹਿਬ ਦੇ ਵਿੱਚ 22 ਸਾਲ ਕਾਲ ਨਹੀਂ ਆਉਣ ਦਿੱਤਾ। ਕਹਿੰਦੇ ਕੋਈ ਕਿਸੇ ਮਾਈ ਦੇ ਪੁੱਤ ਨੇ ਤਾਂ ਕੀ ਕਿਸੇ ਨੇ ਚੜ੍ਹਾਈ ਕਰਨੀ ਸੀ ਕਿਸੇ ਪਸ਼ੂ ਪੰਛੀ ਦਾ ਬੱਚਾ ਵੀ ਚੜ੍ਹਾਈ ਨਹੀਂ ਕੀਤਾ। ਉਹਨਾਂ ਸਮਾਂ ਨਾ ਕੋਈ ਪਸ਼ੂ ਤੇ ਨਾ ਕੋਈ ਪੰਛੀ ਮਰਿਆ ਜਿਹਨੇ ਗੋਇੰਦਵਾਲ ਸਾਹਿਬ ਦੇ ਵਿੱਚ ਵਾਸਾ ਕੀਤਾ। ਐਸੇ ਅਟਲ ਬਚਨ ਨਿਭਾਉਣ ਵਾਲੇ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਅਮਰਦਾਸ ਸ੍ਰੀ ਸਤਿਗੁਰੂ ਸੱਚੇ ਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਹਿਰਦੈ ਸੰਭਾਲ ਕਿਰਪਾਲ ਇਹ ਮਹਾਰਾਜ ਆਪ ਜੀ ਦੀ ਸੰਭਾਲ ਕਰਦਾ ਹਿਰਦੇ ਵਿੱਚ ਆਪ ਜੀ ਦਾ ਨਾਮ ਜਪਦਾ ਹਮੈ ਹਿਰਦੇ ਵਿੱਚ ਆਪ ਜੀ ਮੇਰੀ ਵੀ ਸੰਭਾਲ ਹਰ ਵੇਲੇ ਕਰੀ। ਤਰਾਸ ਨਾਸ ਕੇ ਆਪਣੇ ਦਾਸਾਂ ਦੇ ਤਰਾਸ ਡਰ ਨੂੰ ਨਾਸ ਕਰ ਦੇਣ ਵਾਲੇ ਭਾਈ ਮਈਆ ਜੀ ਭਾਈ ਗੋਇੰਦਾ ਜੀ ਭਾਈ ਨੰਦ ਚੰਦ ਵਰਗਿਆਂ ਨੇ ਜਦੋਂ ਬੇਨਤੀ ਕੀਤੀ ਜੀ ਡਰ ਬੜੇ ਤਰ੍ਹਾਂ ਦੇ ਸਤਾਉਂਦੇ ਨੇ ਤਾਂ ਮਹਾਰਾਜ ਨੇ ਗੁਰਬਾਣੀ ਦਾ ਉਪਦੇਸ਼ ਦਿੱਤਾ ਸੀ ਜਿਮ ਨਿਸ ਦਿਨ ਘਰ ਕਾਜ ਸੁਧਾਰੇ ਤਿਆਗੈ ਕਬੋ ਨਾ ਲੱਗੈ ਪਿਆਰੇ ਤਥਾ ਪਿਆਰ ਕਰੋ ਗੁਰਬਾਣੀ ਪੜ੍ਹੈ ਸੁਣੈ ਕੀਜੈ ਰੁਚ ਠਾਨੀ। ਗੁਰੂ ਸਿੱਖੋ ਗੁਰਬਾਣੀ ਨਾਲ ਇਸ ਤਰ੍ਹਾਂ ਦਾ ਪਿਆਰ ਕਰੋ ਕੋਈ ਡਰ ਨੇੜੇ ਨਹੀਂ ਆਵੇਗਾ। ਹਰ ਤਰ੍ਹਾਂ ਦੇ ਡਰ ਨੂੰ ਭੈ ਨੂੰ ਦੂਰ ਕਰਨ ਵਾਲੇ ਬਾਕ ਵਿਲਾਸ ਪ੍ਰਕਾਸ਼ ਜਿਨ੍ਹਾਂ ਦੇ ਭਾਰੀ ਬਾਕ ਬਚਨ ਵਿਲਾਸ ਸੁੰਦਰ ਖੇੜਾ ਦੇਣ ਵਾਲੇ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਕਾਸ਼ ਕਰ ਜਾਵਨ ਭਾਵ ਜਿਨ੍ਹਾਂ ਦੇ ਹਿਰਦੇ ਵਿੱਚ ਵਸ ਜਾਵਨ ਉਹਨਾਂ ਨੂੰ ਕੋਈ ਡਰ ਨਹੀਂ ਰਹਿੰਦਾ। ਰਾਮਦਾਸ ਸ੍ਰੀ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸੱਚੇ ਗੁਰੂ ਬਸੋ ਹਿਰਦੈ ਆਵਾਸ ਕਿਰਪਾ ਕਰੋ ਮੇਰੇ ਹਿਰਦੇ ਰੂਪੀ ਘਰ ਦੇ ਵਿੱਚ ਡੇਰਾ ਲਾ ਲਓ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀਓ ਮੇਰੇ ਹਿਰਦੇ ਰੂਪੀ ਘਰ ਦੇ ਵਿੱਚ ਕਿਰਪਾ ਕਰਕੇ ਵਸ ਜਾਓ ਆ ਕਰਕੇ ਮਿਹਰ ਕਰੋ ਕਿਰਪਾ ਨਿਧ ਬਸੋ ਹਿਰਦੈ ਹਰ ਨੀਤ ਕੈਸੀ ਬੁੱਧ ਕਰੋ ਪ੍ਰਗਾਸਾ ਲਾਗੈ ਪ੍ਰਭ ਸੰਗ ਪ੍ਰੀਤ ਤੂੰ ਦਾਤਾ ਜੀਆਂ ਸਭਨਾ ਕਾ
ਬਸੋ ਮੇਰੇ ਮਨ ਮਾਹੀ ਤਾਤਾ, ਬਸੋ ਮੇਰੇ ਮਨ ਮਾਹੀ, ਬਸੋ ਮੇਰੇ ਮਨ ਮਾਹੀ ਦਾਤਾ, ਬਸੋ ਬਸੋ ਮੇਰੇ ਮਨ ਮਾਹੀ ਦਾਤਾ, ਬਸੋ ਮੇਰੇ ਮਨ ਮਾਹੀ, ਬਸੋ ਮੇਰੇ ਬਸੋ ਮੇਰੇ ਮਨ ਮਾਹੀ। ਤੂੰ ਦਾਤਾ ਜੀਆਂ ਸਭਨਾ ਕਾ, ਬਸੋ ਮੇਰੇ ਮਨ ਮਾਹੀ। ਚਰਨ ਕਮਲ ਰਿਦ ਮਾਹੇ ਸਮਾਏ, ਤੈ ਭਰਮ ਅੰਧੇਰਾ ਨਾਹੀ। ਤੋ ਮਹਾਰਾਜ ਠਾਕੁਰ ਜਾ ਸਿਮਰਾ ਤੂੰ ਤਾਹੀ, ਜਿੱਥੇ ਵੀ ਮੈਂ ਸਿਮਰਨ ਕਰਾਂ ਆਪ ਜੀ ਉੱਥੇ ਹੀ ਹਾਜ਼ਰ ਹੋ। ਧੰਨ ਗੁਰੂ ਰਾਮਦਾਸ ਸਾਹਿਬ ਮੇਰੇ ਹਿਰਦੇ ਵਿੱਚ ਘਰ ਪਾ ਲਓ, ਟਿਕਾਣਾ ਪਾ ਲਓ ਆਪਣਾ ਜੀ। ਜਿਵੇਂ ਥੜਿਆਂ ਬਣਾਏ ਸਨ ਤੇ ਗੁਰੂ ਅਮਰਦਾਸ ਸਾਹਿਬ ਨੇ ਕਿਹਾ, ਪੁਰਖਾ ਜਿਹੜਾ ਸਾਨੂੰ ਥੜਾ ਚਾਹੀਦਾ ਉਹ ਤਾਂ ਮਿਲ ਗਿਆ, ਅਸੀਂ ਕੱਚੇ ਥੜੇ ਕੀ ਕਰਦੇ ਨੇ। ਮਹਾਰਾਜ ਜੀ ਆਪ ਜੀ ਪੱਕਾ ਥੜਾ ਬਣਾ ਲਓ ਹਿਰਦੇ ਵਿੱਚ। ਤਰਜਨ ਦੁਖ ਵਰਜਨ ਬਿਗਨ, ਹਰ ਤਰ੍ਹਾਂ ਦੇ ਦੁੱਖਾਂ ਨੂੰ ਤਰਜਨ ਵਾਲੇ, ਤਾੜਨਾ ਕਰਨ ਵਾਲੇ, ਭਜਾ ਦੇਣ ਵਾਲੇ। ਨਸ ਵੰਜੋ ਕਿਲ ਵਿਖੋ, ਕਰਤਾ ਕਰ ਆਇਆ। ਭੱਜ ਜਾਓ ਪਾਪੋ ਅਗਨੋ ਦੁੱਖੋ, ਨਾਸ ਹੋ ਜਾਓ, ਦੌੜ ਜਾਓ। ਐਸੇ ਸਤਿਗੁਰੂ ਮਹਾਰਾਜ ਗੁਰੂ ਅਰਜਨ ਸਾਹਿਬ ਇਹ ਬੜੇ ਤਰਜਨ ਦੁਖ ਵਰਜਨ ਬਿਗਨ, ਵਿਘਨਾਂ ਨੂੰ ਵਰਜਨ ਵਾਲੇ, ਵਿਘਨਾਂ ਨੂੰ ਦੂਰ ਕਰ ਦੇਣ ਵਾਲੇ ਤੇ ਦੁੱਖਾਂ ਨੂੰ ਤਾੜਨਾ ਕਰਨ ਵਾਲੇ। ਸਿਰਜਨ ਜਨ ਕਲਿਆਣ, ਆਪਣੇ ਜਨਾਂ ਦੇ ਅੰਦਰ ਸੁਖ ਗੁਣਾਂ ਨੂੰ ਸਿਰਜਣ ਵਾਲੇ ਤੇ ਕਲਿਆਣ ਮੁਕਤੀ ਦੇਣ ਵਾਲੇ। ਸ੍ਰੀ ਅਰਜਨ ਅਰਜਨ ਸੁਨਹਿ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਜੋ ਆਪਣੇ ਸੇਵਕਾਂ ਦੀ ਅਰਜ ਬੇਨਤੀ ਨੂੰ ਸੁਣਨ ਵਾਲੇ ਹਨ। ਨਮੋ ਪਦਮ ਪਦ ਠਾਨ, ਮਹਾਰਾਜ ਜੀ ਦੇ ਕਬਲ ਸਰੀਖੇ ਚਰਨਾਂ ਤੇ ਮੈਂ ਨਮਸਕਾਰ ਕਰਦਾ ਹਾਂ। ਜਨ ਬ੍ਰਿੰਦਨ ਆਨੰਦ ਦੇ, ਆਪਣੇ ਸਮੂਹ ਗੁਰਸਿੱਖਾਂ ਨੂੰ ਸੇਵਕਾਂ ਨੂੰ ਘਣਾ ਆਨੰਦ ਦੇਣ ਵਾਲੇ। ਜਿਮ ਦੇ ਜਨੰਦ ਅਰਬਿੰਦ, ਜਿਵੇਂ ਕਹਿੰਦੇ ਸੂਰਜ ਕਬਲ ਨੂੰ ਆਨੰਦ ਦਿੰਦਾ ਹੈ, ਖੇੜਾ ਦਿੰਦਾ ਹੈ। ਸੂਰਜ ਦੀਆਂ ਕਿਰਨਾਂ ਪੈਂਦੀਆਂ ਹੀ ਕਬਲ ਖਿੜ ਜਾਂਦਾ, ਜਦੋਂ ਰਾਤ ਪੈਂਦੀ ਮੁੰਦਿਆ ਜਾਂਦਾ ਹੈ। ਉਹਦੀਆਂ ਜਿਹੜੀਆਂ ਕਲੀਆਂ ਹੁੰਦੀਆਂ ਅੰਦਰ ਨੂੰ ਮੁੰਦੀਆਂ ਜਾਂਦੀਆਂ ਨੇ। ਜਦੋਂ ਦਿਨ ਚੜ੍ਹਦਾ, ਸੂਰਜ ਚੜ੍ਹਦਾ, ਐ ਕਬਲ ਖਿੜ ਜਾਂਦਾ ਹੈ। ਇਸ ਤਰ੍ਹਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਸੇਵਕਾਂ ਨੂੰ, ਭਾਈ ਸਾਈਂ ਦਾਸ ਵਰਗੇ, ਇਸੇ ਤਰ੍ਹਾਂ ਮਾਤਾ ਭਾਗ ਭਰੀ ਜੀ, ਅਲਮਸਤ ਸਾਧੂ ਵਰਗੇ ਅਨੇਕਾਂ ਆਪ ਜੀ ਦੇ ਸੇਵਕ ਜਿਨ੍ਹਾਂ ਨੂੰ ਆਪ ਜੀ ਨੇ ਖੇੜਾ ਦਿੱਤਾ ਜਾ ਕੇ ਉਹਨਾਂ ਕੋਲ। ਸ੍ਰੀ ਹਰਗੋਬਿੰਦ ਚੰਦ ਗੁਰ, ਨੇ ਕਲੰਕ ਚੰਦਰਮਾ ਵਰਗੇ ਮਹਾਰਾਜ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਨਮੋ ਸੁਸ਼ਾਂਤ ਮਕੰਦ, ਇਹ ਮੁਕਤੀ ਦੇ ਦਾਤੇ ਮਹਾਰਾਜ ਜੀ, ਸ੍ਰੇਸ਼ਟ ਮੁਕਤੀ ਦੇਣ ਵਾਲੇ, ਕੈਵਲ ਮੋਖ ਦੇਣ ਵਾਲੇ, ਸਭਾਏ ਮਾਨ ਸੁਖ ਦੇਣ ਵਾਲੇ ਮਹਾਰਾਜ ਜੀ। ਨਮਸਕਾਰ ਹੈ ਆਪ ਜੀ ਦੇ ਚਰਨਾਂ ਤੇ। ਸੁਖ ਵਿਲਾਸ ਦਰਸ ਦਾਸ ਨੂੰ ਬਖਸ਼, ਆਪਣੇ ਦਾਸਾਂ ਸੇਵਕਾਂ ਨੂੰ ਸੁਖ ਆਨੰਦ ਦੇਣ ਵਾਲੇ, ਬਖਸ਼ਿਸ਼ਾਂ ਕਰਨ ਵਾਲੇ। ਵਿਪਨ ਬਚਨ ਤੇ ਹਾਨ, ਸਤਵੇਂ ਪਾਤਸ਼ਾਹ ਮਹਾਰਾਜ ਜੋ ਆਪਣੇ ਸੇਵਕਾਂ ਨੂੰ ਬਚਨਾਂ ਦੇ ਨਾਲ ਹੀ ਰਾਜ ਭਾਗ ਦੇ ਦਿੰਦੇ ਨੇ। ਕਾਲੇ ਦੇ ਭਤੀਜਿਆਂ ਨੂੰ ਜਿਹਨਾਂ ਨੇ ਪੇਟ ਖੜਕਾਏ ਸਨ ਆ ਕੇ, ਤੇ ਮਹਾਰਾਜ ਜੀ ਨੇ ਧਰਤੀ ਦਾ ਰਾਜ ਜਮਨਾ ਤੱਕ ਦੇ ਦਿੱਤਾ ਸੀ। ਐਸੀ ਕਿਰਪਾ ਕਰਨ ਵਾਲੇ, ਰੇਪਨ ਬਚਨ ਤੇ ਹਾਨ, ਜਿਨ੍ਹਾਂ ਦੇ ਬਚਨ ਕਰਨ ਦੇ ਨਾਲ ਹੀ ਵੈਰੀ ਨਾਸ ਹੋ ਜਾਂਦੇ ਨੇ। ਜੈਦ ਪੁਰਾਣੇ ਵੱਲ ਮਹਾਰਾਜ ਜੀ ਦਾ ਅਸਾਰਾ ਹੈ ਕਵੀ ਜੀ ਦਾ, ਕਿਹਾ ਸੀ ਤੂੰ ਜੈਦ ਪੁਰਾਣੇ ਨਾਲ ਕਾਲਿਆ ਯੁੱਧ ਕਰ ਵਰਸੀ ਲੈ ਕੇ, ਤੇਰੇ ਨਾਲ ਅਸੀਂ ਖੜੇ ਆ, ਤੈਨੂੰ ਮਾਰਨ ਨਹੀਂ ਦਿੰਦੇ, ਤੇਰੀ ਰੱਖਿਆ ਕਰਾਂਗੇ। ਉਹ ਜੈਦ ਪੁਰਾਣਾ ਜਿਹੜਾ ਵੱਡਾ ਹੈ ਨਾ, ਉਹ ਨਹੀਂ ਰਵੇਗਾ, ਖਤਮ ਹੋ ਜਾਵੇਗਾ ਉਹ ਹੰਕਾਰੀ। ਤੇ ਭਾਈ ਕਾਲਾ ਬੜਾ ਕਮਜ਼ੋਰ ਜਿਹਾ, ਐਡਾ ਵੱਡਾ ਬਲੀ ਜੈਦ ਪੁਰਾਣਾ, 4-4 5-5 ਬੰਦਿਆਂ ਨੂੰ ਪੈਦੇ ਖਾਵਾਂਗ ਹੱਥਾਂ ਨਾਲ ਹੀ ਦਲ ਮਲ ਦਿੰਦਾ ਸੀ। ਤੇ ਕਮਜ਼ੋਰ ਜੇ ਸੇਵਕ ਦੇ ਕੋਲੋਂ ਜੈਦ ਪੁਰਾਣਾ ਹੰਕਾਰੀ ਮਰਵਾ ਦਿੱਤਾ ਸੀ। ਐਸੇ ਮਹਾਰਾਜ ਜੀ ਹਨ। ਸ੍ਰੀ ਸਤਿਗੁਰ ਹਰਿ ਰਾਏ ਜੀ, ਸਾਹਿਬ ਸ੍ਰੀ ਗੁਰੂ ਹਰਿ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ। ਨਮਹਿ ਕਰੋ ਕਲਿਆਣ, ਆਪ ਜੀ ਦੇ ਚਰਨਾਂ ਤੇ ਨਮਸਕਾਰ ਹੈ, ਮੇਰੀ ਵੀ ਕਲਿਆਣ ਕਰ ਦਿਓ ਜੀ।
ਦਰਸ਼ਨ ਤੇ ਸੰਕਟ ਨਸੈ। ਜਿਨ੍ਹਾਂ ਦੇ ਦਰਸ਼ਨ ਕਰਨ ਦੇ ਨਾਲ ਹਰ ਤਰ੍ਹਾਂ ਦੇ ਸੰਕਟ ਨਾਸ ਹੋ ਜਾਂਦੇ ਹਨ। ਪਗ ਪਰਸਨ ਸੁਖਦਾਏ। ਜਿਨ੍ਹਾਂ ਦੇ ਚਰਨਾਂ ਕਮਲਾਂ ਨੂੰ ਪਰਸਨ ਦੇ ਨਾਲ ਸੁੱਖਾਂ ਦੀ ਪ੍ਰਾਪਤੀ ਹੁੰਦੀ। ਸੁੱਖਾਂ ਦੇ ਦਾਤੇ ਮਹਾਰਾਜ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ। ਜਨ ਹਰਸਨ ਸਰਸਨ ਸਦਾ। ਆਪਣੇ ਜਨਾਂ ਨੂੰ ਖੇੜਾ ਆਨੰਦ ਪ੍ਰਸੰਨਤਾ ਦੇਣ ਵਾਲੇ। ਸ੍ਰੀ ਹਰਿ ਕ੍ਰਿਸ਼ਨ ਸੁਭਾਏ। ਸੁਭਾਵਕ ਹੀ ਜੋ ਬਚਨ ਕਰ ਦਿੰਦੇ ਜਿਨ੍ਹਾਂ ਦੇ ਪੂਰੇ ਹੁੰਦੇ। ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਜੀ। ਗਿਣ ਤੁਲ ਤਨ ਤਜ ਤੁਰਤ। ਅੱਖ ਦੇ ਸਮਾਨ ਦੇਹੀ ਨੂੰ ਜਾਣ ਕੇ ਆਪਣੇ ਸਰੀਰ ਨੂੰ ਝੱਟ ਹੀ ਤਿਆਗ ਦੇਣ ਵਾਲੇ, ਮੋਹ ਨੂੰ ਤਿਆਗ ਦੇਣ ਵਾਲੇ ਮਹਾਰਾਜ। ਤੇ ਤੁਰਕਨ ਤੇਜ ਨਿਕੰਦ। ਧੰਨ ਗੁਰੂ ਤੇਗ ਬਹਾਦਰ ਸਾਹਿਬ ਨਾਵੇਂ ਪਾਤਸ਼ਾਹ ਜੀ। ਤੁਰਕਾਂ ਦਾ ਤੇਜ ਨਾਸ ਕਰ ਦੇਣ ਵਾਲੇ, ਤੁਰਕਾਂ ਦੀ ਜੜ ਨੂੰ ਪੁੱਟ ਦੇਣ ਵਾਲੇ। ਤੋ ਤਬ ਤੇ ਤੁਰਕ ਕਲਾ ਭਈ ਢਿੱਲੀ, ਤਬ ਤੇ ਘਟੀ ਪਾਤਸ਼ਾਹੀ ਦਿੱਲੀ। ਔਰੰਗੇ ਇਬਾਦ ਰਚਾਇਓ ਤਿਨ ਆਪਣੋ ਕੁਲ ਨਾਸ ਕਰਾਇਓ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕਰਕੇ ਨਰੰਗੇ ਨੇ ਆਪਣੀ ਕੁਲ ਦਾ ਨਾਸ ਕਰ ਲਿਆ। ਤੇਗ ਬਹਾਦਰ ਸਤਿਗੁਰੂ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਨਾਵੇਂ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਜੀ। ਚਰਨ ਕਮਲ ਤਿਨ ਬੰਦ। ਤਿੰਨਾਂ ਦੇ ਚਰਨਾਂ ਕਮਲਾਂ ਤੇ ਮੇਰੀ ਨਮਸਕਾਰ ਹੈ। ਰਚਿਓ ਨਿਖਾਲਸ ਖਲਕ ਤੇ। ਖਲਕ ਕਹਿੰਦੇ ਨੇ ਸ੍ਰਿਸ਼ਟੀ ਨੂੰ। ਇਹ ਖਲਕਤ ਪਰਜਾ, ਪਰਜਾ ਦੇ ਵਿੱਚੋਂ ਚਹੁ ਵਰਨਾ ਦੇ ਵਿੱਚੋਂ ਜਿਸ ਸਤਿਗੁਰੂ ਨੇ ਨਿਖਾਲਸ ਸੁਧ ਮੈਲ ਤੋਂ ਰਹਿਤ ਖਾਲਸਾ ਰਚ ਦਿੱਤਾ। ਪੰਥ ਖਾਲਸਾ ਸੁਧ। ਖਾਲਸਾ ਪੰਥ ਸੁਧ ਨਿਰਮਲ, ਨਿਰਮਲ ਪੰਥ ਚਲਾਇਆ, ਬਿਲਕੁਲ ਨਿਰਮਲ। ਅੱਜ ਤੇ ਪਤਾ ਨਹੀਂ ਕਿਤਨੀਆਂ ਕਿ ਮੈਲਾਂ ਸਾਨੂੰ ਚੰਬੜ ਗਈਆਂ। ਆਖੇ ਜੀ ਚੂਚੇ ਖਾਣ ਦੇ ਨਾਲ, ਮੁਰਗੇ ਖਾਣ ਦੇ ਨਾਲ ਗਲਾ ਬੜਾ ਬਣਦਾ, ਆਵਾਜ਼ ਬੜੀ ਵਧੀਆ ਨਿਕਲਦੀ ਹੈ। ਲੱਜਾ ਨਹੀਂ ਆਉਂਦੀ ਭਾਈ। ਅਹੇ ਜੀ ਆਂਡੇ ਖਾਣ ਦੇ ਨਾਲ ਗਲੇ ਵਿੱਚ ਤਾਕਤ ਬੜੀ ਭਰਦੀ ਹੈ। ਤੇ ਆਂਡੇ ਬਣਦੇ ਕਿੱਥੋਂ ਨੇ ਇਹ ਪਤਾ ਹੈ? ਕੁੱਕੜ ਤੇ ਕੁਕੜੀ ਦੇ ਸੰਬੰਧ ਤੋਂ ਆਂਡਾ ਬਣਦਾ। ਗਾਂਧੀ ਖਾ ਰਹੇ ਹੋ ਨਾ, ਫਿਰ ਹੋ ਕੇ ਖਾਲਸੇ ਸਤਾਉਂਦੇ ਸਿੰਘ ਹੋ ਤੇ ਮੁਰਦਾਰ ਖਾਓ ਭਾਈ। ਆਖੇ ਜੀ 5 ਰਤਨੀ ਪੀ ਕੇ ਨਾ, ਗਲਾਸੀ ਪੀ ਕੇ ਇੱਕ, ਤੇ ਸਰੰਗੀ ਦੇ ਨਾਲ ਆਵਾਜ਼ ਬੜੀ ਮਿਲਦੀ ਹੈ। ਆਵਾਜ਼ ਆਉਣੀ ਚਾਹੀਦੀ ਹੈ। ਕਿੱਧਰ ਨੂੰ ਜਾ ਰਹੇ ਆਪਾਂ? ਲੋਕਾਂ ਨੂੰ ਰਝਾਵਾਂਗੇ ਕਿ ਕਲਗੀਆਂ ਵਾਲੇ ਨੂੰ ਰਝਾਵਾਂਗੇ ਭਾਈ? ਲੋਕ ਰਿਝਾਵਨ ਧਨ ਕਮਾਵਨ ਵੇਸਵਾ ਵੀ ਪ੍ਰਧਾਨ। ਫਿਰ ਤਾਂ ਉਹ ਵੀ ਬਥੇਰੇ ਗਲੇ ਕੱਢਦੇ ਨੇ, ਬੜੇ ਗਲੇ ਕੱਢ ਕੱਢ ਕੇ ਵਜਾਉਂਦੇ ਨੇ। ਗਲਾ ਤੇ ਬਾਣੀ ਨੇ ਬਣਾਉਣਾ ਭਾਈ, ਭਗਤੀ ਨੇ ਬਣਾਉਣਾ, ਰਸ ਭਗਤੀ ਨੇ ਭਰਨਾ, ਨਾਮ ਨੇ ਭਰਨਾ। ਬਰਾਂਡੀਆਂ ਸਰਾਂਡੀਆਂ ਕਿਸੇ ਨੇ ਰਸ ਨਹੀਂ ਭਰਨਾ। ਲੋਕਾਂ ਨੂੰ ਰਝਾ ਸਕਦੇ ਆ, ਮਹਾਰਾਜ ਮੁੱਖ ਫੇਰ ਜਾਣਗੇ, ਕੰਡ ਦੇ ਦੇਣਗੇ। ਮੇਰਾ ਰੁੱਸੇ ਨਾ ਕਲਗੀਆਂ ਵਾਲਾ, ਜੱਗ ਭਾਵੇਂ ਸਾਰਾ ਰੁੱਸ ਜੇ। ਪਵਿੱਤਰ ਨਿਰਮਲ ਖਾਲਸਾ ਤਿਆਰ ਕੀਤਾ ਮਹਾਰਾਜ ਜੀ ਨੇ। ਕਿਸੇ ਤਰ੍ਹਾਂ ਦਾ ਸਵਾਦ ਅਮਲ ਨਹੀਂ ਲੱਗਣ ਦਿੱਤਾ। ਸਾਧ ਸੰਗਤ ਜੀ, ਲੁੱਚੇ ਹੁੱਕਾ ਪੀਮ ਦੇ, ਅਫੀਮ ਅਧਰਮੀ ਖਾਹੇ। ਕਈ ਪੋਸਟ ਪੀ ਜਾਂਦੇ ਨੇ, ਕਈ ਫੀਮ ਵੀ ਪਤਾ ਨਹੀਂ ਕਿੰਨੀ ਕਿੰਨੀ ਰੋਜ਼ ਦੀ ਖਾਈ ਜਾਂਦੇ ਨੇ। ਫਿਰ ਕਹਿੰਦੇ ਜੀ ਅਸੀਂ ਸੁੱਧ ਖਾਲਸੇ ਆ। ਲੁੱਚੇ ਹੁੱਕਾ ਪੀਮ ਦੇ, ਅਫੀਮ ਅਧਰਮੀ ਖਾਹੇ। ਸੁੱਖਾ ਪੀਂਦੇ ਬਾਬਰੇ, ਔਂਤ ਪੋਸਤੀ ਜਾਹੇ। ਔਂਤ ਪੋਸਤੀ ਜਾਹੇ ਚਰਸ ਕੇ ਪੀਵਨ ਹਾਰੇ। ਖਾਉ ਖਾਉ ਕਰਕੇ ਮਰਤੇ ਮਹਾਪਾਪੀ ਹਥਿਆਰੇ। ਕਹਿ ਗਿਰਧਰ ਕਵੀ ਰਾਏ 52 ਕਵੀਆਂ ਵਿੱਚੋਂ ਕਹਿ ਗਿਰਧਰ ਕਵੀ ਰਾਏ ਇਨ ਮੈਂ ਏਕ ਨਾ ਸੁੱਚਾ। ਪੀਤਾ ਹੈ ਜੋ ਸ਼ਰਾਬ ਗਲੀ ਮੈਂ ਅਹਿਮਕ ਲੁੱਚਾ। ਅਮਲ ਕੇਵਲ ਬਾਣੀ ਦਾ, ਨਾਮ ਦਾ ਰੱਖੀਏ ਭਾਈ, ਭਗਤੀ ਦਾ ਰੱਖੀਏ, ਜਾਂ ਪ੍ਰਸਾਦੇ ਦਾ ਰੱਖੀਏ। ਇਹੋ ਜਿਹੇ ਝੂਠੇ ਅਮਲਾਂ ਵਿੱਚ ਨਾ ਪਈਏ। ਫਿਰ ਖਾਲਸੇ ਨਹੀਂ ਅਸੀਂ, ਫਿਰ ਕਲਗੀਆਂ ਵਾਲੇ ਦੇ ਸਿੰਘ ਨਹੀਂ ਕਹਾਵਾਂਗੇ। ਫਿਰ ਦੇਖੋ ਕਵੀ ਜੀ ਕਹਿ ਰਹੇ ਨੇ ਸੁੱਧ ਖਾਲਸਾ ਪਵਿੱਤਰ ਨਿਰਮਲ, ਜਿਹਦੇ ਵਿੱਚ ਕੋਈ ਮੈਲ ਨਹੀਂ, ਬਿਲਕੁਲ ਐ ਸੁੱਧ ਪਵਿੱਤਰ। ਜਿਵੇਂ ਕਹਿੰਦੇ ਨਾ ਖਾਲਸ ਘਿਓ, ਪਰ ਖਾਲਸ ਘਿਓ ਵਿੱਚ ਵੀ ਮੈਲਾਂ ਬੜੀਆਂ ਭਰ ਦਿੱਤੀਆਂ ਗਈਆਂ। ਉਹਦੇ ਵਿੱਚ ਵੀ ਬੜਾ ਕੁਝ ਪਾ ਦਿੱਤਾ, ਵਿੱਚ ਡਾਲਡਾ ਪਤਾ ਨਹੀਂ ਕੀ ਕੁਝ ਪਾਈ ਫਿਰਦੇ। ਉੱਤੇ ਲਿਖਿਆ ਜੀ ਸੁੱਧ ਘਿਓ। ਨਹੀਂ ਭਾਈ, ਪਵਿੱਤਰ ਖਾਲਸਾ ਰਚਿਆ ਮਹਾਰਾਜ ਜੀ ਨੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ। ਹੱਥ ਰਿਪ ਕ੍ਰੋਧਿਤ ਯੁੱਧ। ਮਹਾਰਾਜ ਜੀ ਜਿਨ੍ਹਾਂ ਨੇ ਪੀਰ ਰਸ ਘਾਰ ਕੇ ਯੁੱਧ ਕਰਕੇ ਪਤਾ ਨਹੀਂ ਕਿਤਨੇ ਕਬੈਰੀਆਂ ਦਾ, ਜ਼ਾਲਮਾਂ ਦਾ, ਪਾਪੀਆਂ ਹਥਿਆਰਿਆਂ ਦਾ ਨਾਸ਼ ਕੀਤਾ। ਇਹ 10ਵੀਂ ਪਾਤਸ਼ਾਹ ਜੀ ਦੀ ਮਹਿਮਾ ਕਵੀ ਜੀ ਨੇ ਕੀਤੀ। 10 ਸਤਿਗੁਰਾਂ ਦੇ ਮੰਗਲ, ਅਕਾਲ ਪੁਰਖ ਦਾ ਮੰਗਲ,
ਜਿਵੇਂ ਅੱਗੇ ਕਥਾ ਸ਼ੁਰੂ ਹੋਵੇਗੀ ਕੱਲ ਆਪਾਂ ਗੁਰੂ ਕਿਰਪਾ ਦੇ ਨਾਲ ਸੁਣਨ ਦਾ ਯਤਨ ਕਰਾਂਗੇ। ਬੇਅੰਤ ਭੁੱਲਾਂ ਚੁੱਕਾਂ ਦੀ ਮਾਫੀ ਦੇਣੀ ਜੀ, ਅੱਗੇ ਤੋਂ ਸਮਰਥ ਬਖਸ਼ਿਸ਼ ਕਰ ਦੇਣੀ ਜੀ। ਮਹਾਰਾਜ ਸਾਹਿਬ ਦੀ ਹਾਜ਼ਰੀ ਥਾਏ ਪਾਵਨ ਬਿਘਨਾ ਦਾ ਹੋਵੇ ਨਾਸ, ਕਾਰਜ ਹੋਵਨ ਰਾਸ, ਨਾਮ ਦਾ ਰੰਗ ਸਾਧ ਦਾ ਸੰਗ, ਨਿਸ਼ਚਾ ਹੋਵੇ ਅਭੰਗ, ਸਤਿਗੁਰੂ ਦਾ ਅੰਗ ਸਦੀਵੀ ਕਾਲ ਸਾਨੂੰ ਸਭਨਾਂ ਨੂੰ ਪ੍ਰਾਪਤ ਹੁੰਦਾ ਰਹੇ। ਹਉ ਕਿਆ ਸਾਲਾਹੀ ਕਿਰਮ ਜੰਤ, ਵੱਡੀ ਤੇਰੀ ਵਡਿਆਈ। ਰਚਿਓ ਨਿਖਾਲਸ ਖਲਕ ਤੇ ਪੰਥ ਖਾਲਸਾ ਸੁਧ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੱਥ ਰਿਪ ਕ੍ਰੋਧਿਤ ਜੁਧ। ਵਾਹਿਗੁਰੂ 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 ਵਾਹਿਗੁਰੂ। हे अच्युत हे पार ब्रह्म ਅਬਿਨਾਸੀ ਅਗਨਾਸ, हे पूरन हे सर्व मैं, ਦੁਖ ਭੰਜਨ ਗੁਣ ਤਾਸ, हे संगी हे निरंकार, ਹੇ ਨਿਰਗੁਣ ਸਭ ਟੇਕ, हे गोविंद हे गुण निधान, ਜਾ ਕੈ ਸਦਾ ਵਿਵੇਕ, हे परम्पर हर हरे, ਕਹਿ ਪੀਹੋ ਬਨਹਾਰ, हे संत कै सदा संग, ਨਿਦਾਰਾ ਆਧਾਰ, हे ठाकुर हो दास रो, ਮੈਂ ਨਿਰਗੁਣ ਗੁਣ ਨਹੀਂ ਕੋਏ, नानक दीजै नाम दान, ਰਾਖੋ ਹੀਐ ਪਰੋਏ, आए प्रभ शरणागति, ਕਿਰਪਾ ਨਿਧ ਦਇਆਲ, एक अखर हर मन बसत, ਨਾਨਕ ਹੋਤ ਨਿਹਾਲ, वाहिगुरु नाम जहाज है, ਚੜੇ ਸੋਤਰੇ ਪਾਰ, जो सरदा कर सेम दे गुर ਪਾਰ ਉਤਾਰਨ ਹਾਰ, जो सरदा कर सेम दे गुर पार